ਧੰਨ ਵਾਹਿਗੁਰੂ ਜੀਓ। ਤੀਨ ਛੰਦੇ ਖੇਲ ਆਛੈ ਰਹਾਉ। ਕੁੰਭਾਰ ਕੀ ਘਰ ਹਾਂਡੀ ਆਛੈ, ਰਾਜਾ ਕੀ ਘਰ ਸਾਂਡੀ ਗੋ। ਬਾਮਨ ਕੀ ਘਰ ਰਾਂਡੀ ਆਛੈ, ਰਾਂਡੀ ਸਾਂਡੀ ਹਾਂਡੀ ਗੋ। ਬਾਣੀਏ ਕੀ ਘਰ ਹੀ ਗਿਆ ਛੈ, ਭੈਸਰ ਮਾਥੈ ਸੀਂਗ ਗੋ। ਦੇਵਲ ਮਧੀ ਲੀਂਗ ਆਛੈ, ਲੀਂਗ ਸੀਂਗ ਹੀਂਗ ਗੋ। ਤੇਲੀ ਕੈ ਘਰ ਤੇਲ ਆਛੈ, ਜੰਗਲ ਮਧੀ ਬੇਲ ਗੋ। ਮਾਲੀ ਕੀ ਘਰ ਕੇਲ ਆਛੈ, ਕੇਲ ਬੇਲ ਤੇਲ ਗੋ। ਸੰਤਾਂ ਮਧੀ ਗੋਬਿੰਦ ਆਛੈ, ਗੋਕਲ ਮਧੀ ਸ਼ਿਆਮ ਗੋ। ਨਾਮੇ ਮਧੀ ਰਾਮ ਆਛੈ, ਰਾਮ ਸ਼ਿਆਮ ਗੋਬਿੰਦ ਗੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਗਰੀਬ ਨਵਾਜ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਸਤਿਗੁਰੂ ਦੀ ਪਾਵਨ ਬਾਣੀ ਦੇ ਪਾਠ, ਗੁਰਬਾਣੀ ਦੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਬੜੇ ਪ੍ਰੇਮ, ਇਕਾਗਰਤਾ ਔਰ ਸਤਿਕਾਰ ਦੇ ਨਾਲ ਸ਼ਰਵਣ ਕੀਤੇ ਹਨ। ਸਤਿਗੁਰੂ ਦੀ ਮਿਹਰ ਦੇ ਪਾਤਰ ਬਣ ਕੇ ਆਪਾਂ ਯਤਨ ਕਰਦੇ ਹਾਂ ਭਗਤ ਨਾਮਦੇਵ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ, ਜੋ ਉਹਨਾਂ ਦੇ 61 ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਵੱਖ-ਵੱਖ ਰਾਗਾਂ ਵਿੱਚ ਦਰਜ ਹਨ, ਉਹਨਾਂ ਦੀ ਇਸ ਬਾਣੀ ਨੂੰ ਆਪਾਂ ਲੜੀਵਾਰ ਵਿਚਾਰਨ ਦਾ ਅਤੇ ਉਹਨਾਂ ਦੇ ਉਪਦੇਸ਼ ਨੂੰ ਸਮਝਣ ਦਾ ਯਤਨ ਕਰ ਰਹੇ ਹਾਂ। ਇਸੇ ਲੜੀ ਤਹਿਤ ਆਪ ਜੀ ਨੇ ਜਿਸ ਪਾਵਨ ਸ਼ਬਦ ਦਾ ਪਾਠ ਸ਼ਰਵਣ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 718 ਉੱਤੇ ਪਾਵਨ ਸ਼ਬਦ ਸੁਭਾਈਮਾਨ ਹੈ। ਰਾਗ ਟੋਡੀ ਦੇ ਵਿੱਚ ਇਹ ਸ਼ਬਦ ਹੈ ਔਰ ਇਹ ਤੀਸਰਾ ਸ਼ਬਦ ਹੈ। ਕੁੱਲ 3 ਸ਼ਬਦ ਇਸ ਰਾਗ ਦੇ ਵਿੱਚ ਭਗਤ ਨਾਮਦੇਵ ਸਾਹਿਬ ਮਹਾਰਾਜ ਦੇ ਦਰਜ ਹਨ। ਇਸ ਸ਼ਬਦ ਦੀ ਬੜੀ ਸੰਖੇਪ ਜਿਹੀ ਇੱਕ ਪੰਕਤੀ ਹੀ ਰਹਾਉ ਦੀ ਪੰਕਤੀ ਹੈ। ਪਹਿਲੀ ਪੰਕਤੀ, ਤੀਨ ਛੰਦੇ ਖੇਲ ਆਛੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਤਿਹੀਂ ਗੁਣੀ ਸੰਸਾਰ ਭ੍ਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਜਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਭਗਤ ਕਬੀਰ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਹਨ, ਰਾਜਗੁਣ ਤਾਮ ਗੁਣ ਸਤਗੁਣ ਕਹੀਐ, ਇਹ ਤੇਰੀ ਸਭ ਮਾਇਆ। ਅਸੀਂ ਸੁਖਮਨੀ ਸਾਹਿਬ ਦੀ ਬਾਣੀ ਦਾ ਪਾਠ ਜਿਸ ਵੇਲੇ ਕਰਦੇ ਹਾਂ, ਕਈ ਕੋਟ ਰਾਜਸ ਤਾਮਸ ਸਾਤਕ, ਬਹੁਤ ਸਾਰੇ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਹਨ। ਤ੍ਰੈ ਗੁਣ
ਤਿੰਨ ਗੁਣ, ਇਸ ਨੂੰ ਮਾਇਆ ਦੇ ਪ੍ਰਕਿਰਤੀ ਦੇ ਤਿੰਨ ਗੁਣ ਕਿਹਾ ਗਿਆ ਹੈ। ਆਪਾਂ ਇਹਨੂੰ ਇਵੇਂ ਲੜੀਵਾਰ ਪੜ੍ਹਦੇ ਹਾਂ, ਰਜੋ ਗੁਣ, ਤਮੋ ਗੁਣ, ਸਤੋ ਗੁਣ, ਰਾਜਸ, ਤਾਮਸ, ਸਾਤਕ। ਬੇਸਿਕਲੀ ਜਦੋਂ ਸ਼ਾਸਤਰਾਂ ਦਾ ਅਧਿਐਨ ਕਰਨ ਵਾਲੇ ਇਸ ਦੀ ਵਿਆਖਿਆ ਕਰਦੇ ਹਨ ਤਾਂ ਉਹ ਸਾਤਕ ਨੂੰ ਪਹਿਲੀ ਜਗ੍ਹਾ 'ਤੇ ਰੱਖਦੇ ਹਨ, ਫਿਰ ਰਾਜਸ ਨੂੰ ਰੱਖਦੇ ਹਨ, ਫਿਰ ਤਾਮਸ ਨੂੰ ਰੱਖਦੇ ਹਨ। ਇਸ ਦੀ ਜੋ ਭਾਰਤੀ ਸ਼ਾਸਤਰਾਂ ਦੇ ਵਿੱਚ ਗਹਿਨ ਵਿਆਖਿਆ ਹੈ ਉਹ ਸਾਂਖਿਆ ਸ਼ਾਸਤਰ ਦੇ ਵਿੱਚ ਹੈ। ਉੱਥੇ ਇਸ ਨੂੰ ਤਿੰਨ ਗੁਣਾਂ ਦੀ ਬੜੀ ਖੁੱਲ੍ਹੀ ਔਰ ਬੱਝਵੀਂ ਵਿਆਖਿਆ ਉਹਨਾਂ ਆਪਣੇ ਢੰਗ ਨਾਲ ਇਸ ਦੀ ਕੀਤੀ ਹੈ। ਭਾਰਤੀ ਦਰਸ਼ਨ ਧਾਰਾ ਦੇ ਵਿੱਚ ਇਹ ਤਿੰਨ ਗੁਣ ਮਾਇਆ ਦੇ ਗੁਣ ਮੰਨੇ ਗਏ ਹਨ। ਪ੍ਰਕਿਰਤਕ ਗੁਣ, ਸੰਖੇਪ ਵਿੱਚ ਪਹਿਲਾਂ ਉਸ ਭਾਵ ਨੂੰ ਸਮਝੀਏ, ਫਿਰ ਆਪਾਂ ਇਸ ਨੂੰ ਗੁਰਬਾਣੀ ਦੇ ਦ੍ਰਿਸ਼ਟੀਕੋਣ ਤੋਂ ਜਿੰਨੀ ਕੁ ਆਪਣੀ ਮਤ ਬੁੱਧ ਹੈ ਆਪਾਂ ਵਿਚਾਰਨ ਦਾ ਯਤਨ ਕਰਾਂਗੇ। ਸਭ ਤੋਂ ਪਹਿਲਾਂ ਇੱਕ ਨੁਕਤੇ ਨੂੰ ਸਮਝੀਏ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਪਰਮੇਸ਼ਰ ਦੀ, ਅਕਾਲ ਪੁਰਖ ਦੀ ਸੰਕਲਪ ਦੀ ਵਿਆਖਿਆ ਕਰਦਿਆਂ ਉਸ ਨੂੰ ਦੋ ਰੂਪਾਂ ਦੇ ਵਿੱਚ ਪ੍ਰਵਾਨ ਕੀਤਾ ਗਿਆ। ਇੱਕ ਹੈ ਨਿਰਗੁਣ ਤੇ ਦੂਜਾ ਹੈ ਸਰਗੁਣ। ਨਿਰਗੁਣ ਕੀ ਹੈ? ਜਿਸ ਦਾ ਕੋਈ ਰੂਪ, ਰੰਗ, ਆਕਾਰ ਨਹੀਂ, ਜੋ ਵਜੂਦ ਵਿੱਚ ਸਿੱਧੇ ਰੂਪ 'ਚ ਨਹੀਂ, ਸਾਨੂੰ ਵਿਖਾਈ ਨਹੀਂ ਦਿੰਦਾ, ਉਸ ਨੂੰ ਅਸੀਂ ਨਿਰਗੁਣ ਕਹਿੰਦੇ ਹਾਂ। ਰੂਪ, ਰੰਗ, ਆਕਾਰ ਤੋਂ ਰਹਿਤ, ਰੂਪ ਨ ਰੇਖ ਨ ਰੰਗ ਕੇਸ਼, ਤ੍ਰਿਹੂ ਗੁਣ ਤੇ ਪ੍ਰਭ ਭਿੰਨ। ਸਰਗੁਣ ਕੀ ਹੈ? ਜੋ ਜਿੰਨਾ ਵੀ ਇਹ ਪਸਾਰਾ ਤੁਸੀਂ ਤੱਕਦੇ ਹੋ, ਵੇਖਦੇ ਹੋ, ਅਨੰਤ ਪ੍ਰਕਾਰ ਦੇ ਰੂਪ, ਰੰਗ, ਆਕਾਰ, ਬਣਾਵਟਾਂ, ਸ਼ਕਲਾਂ, ਸੂਰਤਾਂ, ਇਹ ਸਭ ਕੁਝ ਜੋ ਜ਼ਹੂਰ ਵਿੱਚ ਹੈ ਉਹਨੂੰ ਕਿਹਾ ਜਾਂਦਾ ਹੈ ਸਰਗੁਣ ਰੂਪ। ਨਿਰਗੁਣ ਆਪ ਸਰਗੁਣ ਪਿਓਹੀ, ਕਲਾ ਧਾਰ ਜਿਨ ਸਗਲੀ ਮੋਹੀ। ਨਿਰਗੁਣ, ਸਰਗੁਣ, ਨਿਰੰਕਾਰ, ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਇਹ ਬੜੇ ਔਖੇ ਸੰਕਲਪ ਸਨ। ਇਹਨਾਂ ਨੂੰ ਗੁਰਬਾਣੀ ਨੇ ਬੜੇ ਸੁਖੈਨ ਸ਼ਬਦਾਂ ਦੇ ਵਿੱਚ ਵਿਆਖਿਆ ਕਰਕੇ ਦੱਸਿਆ। ਜਦੋਂ ਆਪ ਜੀ ਸੋਹਿਲੇ ਬਾਣੀ ਦੇ ਵਿੱਚੋਂ ਇਹ ਸ਼ਬਦ ਪੜ੍ਹਦੇ ਹੋ ਜਾਂ ਆਰਤੀ ਸਰਲੇਖ ਹੇਠ ਵੀ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹੈ। ਰਾਗ ਧਨਾਸਰੀ ਵਿੱਚ ਗਗਨ ਮੈ ਥਾਲ, ਰਵ ਚੰਦ ਦੀਪਕ ਬਣੇ। ਆਮ ਤੌਰ 'ਤੇ ਇਹਨੂੰ ਆਪਾਂ ਗਗਨ ਮੈਂ ਪੜ੍ਹਦੇ, ਨਹੀਂ ਮੈਂ। ਇਹ ਯਈਏ ਨਾਲ ਵੈਸੇ ਲਿਖਿਆ ਜਾਂਦਾ ਹੈ, ਪਰ ਇੱਥੇ ਦਲਾਵਾਂ ਨਾਲ ਲਿਖਿਆ ਹੈ ਮੈਂ ਰੂਪ। ਮੈਂ ਦਾ ਮਤਲਬ ਹੋ ਜਾਂਦਾ ਹੈ ਫਸਟ ਪਰਸਨ, ਸੈਲਫ ਨੂੰ, ਆਪਣੇ ਆਪ ਨੂੰ ਬਿਆਨ ਕਰਨਾ। ਮੈਂ ਦਾ ਮਤਲਬ ਹੁੰਦਾ ਹੈ ਰੂਪੀ। ਗਗਨ ਰੂਪੀ ਥਾਲ ਹੈ, ਗਗਨ ਮੈ ਥਾਲ। ਇਹ ਜਿਹੜਾ ਸ਼ਬਦ ਹੈ ਇਹਦੇ ਵਿੱਚ ਅੱਗੇ ਜਾ ਕੇ ਪੰਕਤੀਆਂ ਆਉਂਦੀਆਂ ਹਨ। ਸਹਸ ਤਵ ਨੈਨ ਨਨ ਨੈਨ ਹੈ ਤੋਹੇ ਕੋ, ਸਹਸ ਮੂਰਤ ਨਨਾ ਇਕ ਤੋਹੀ, ਸਹਿਸ ਪਦ ਬਿਮਲ ਨਾਨ ਏਕ ਪਦ, ਗੰਧ ਬੇਨ ਸਹਸ ਤਵ ਗੰਧ ਇਵ ਚਲਤ ਮੋਹੀ। ਅੱਗੇ ਜਾ ਕੇ ਹੈ ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਸੰਖੇਪ 'ਚ ਇਹਦਾ ਅਰਥ ਭਾਵ ਇਹ ਹੈ, ਹੇ ਪਰਮੇਸ਼ਰ ਵਾਹਿਗੁਰੂ, ਤੇਰੀ ਆਪਣੀ ਇੱਕ ਵੀ ਅੱਖ ਨਹੀਂ, ਆਪਣੀ ਇੱਕ ਵੀ ਤੇਰਾ ਚਿਹਰਾ ਨਹੀਂ, ਤੇਰਾ ਆਪਣਾ ਇੱਕ ਵੀ ਪੈਰ ਨਹੀਂ, ਤੇਰਾ ਨੱਕ ਨਹੀਂ ਸੁੰਘਣ ਵਾਲਾ, ਪਰ ਸੰਸਾਰ ਦੇ ਜਿਹੜੇ ਹਜ਼ਾਰਾਂ ਹੀ ਨੇਤਰ ਹਨ, ਜਿੰਨੇ ਵੀ ਜੀਵਾਂ ਨੂੰ ਲੱਗੇ ਹੋਏ ਨੇ, ਇਹ ਸਾਰੇ ਤੇਰੇ ਹੀ ਨੇ। ਜਿੰਨੇ ਵੀ ਚਿਹਰੇ ਨੇ ਸਾਰੇ ਤੇਰੇ ਹੀ ਨੇ, ਜਿੰਨੇ ਪੈਰ ਨੇ ਸਾਰੇ ਤੇਰੇ ਨੇ, ਜਿੰਨੇ ਨੱਕ ਨੇ ਸਾਰੇ ਤੇਰੇ ਨੇ। ਭਾਵੇਂ ਤੇਰਾ ਆਪਣਾ ਕੋਈ ਖਾਸ ਰੂਪ ਨਹੀਂ ਜਿਹਨੂੰ ਮੈਂ ਐਕਸਪਲੇਨ ਕਰਾਂ ਵੀ ਤੂੰ ਕਿਹੋ ਜਿਹਾ ਹੈ। ਆਪਾਂ ਕਿਸੇ ਮਨੁੱਖ ਦੀ ਪਛਾਣ ਪੁੱਛਣੀ, ਆਪਾਂ ਕਹਿੰਦੇ ਕਿਹੋ ਜਿਹਾ ਭਲਾ ਉਹ, ਆਪਾਂ ਨੂੰ ਕੋਈ ਨਾਂ ਦੱਸਦਾ, ਪਤਾ ਦੱਸਦਾ, ਤੇ ਆਪਾਂ ਕਹਿੰਦੇ ਆ ਵੀ ਉੱਥੇ ਹੋ ਸਕਦਾ ਹੈ ਕੋਈ ਵੱਧ ਬੰਦੇ ਹੋਣ, ਮੈਂ ਉਹਨੂੰ ਪਛਾਣਾਂਗਾ ਕਿਵੇਂ? ਤੇ ਆਪਾਂ ਕਈ ਵਾਰ ਉਹਦੀ ਆਇਡੈਂਟੀਟੀ ਦੱਸਦੇ ਹਾਂ ਵੀ ਇਸ ਤਰ੍ਹਾਂ ਦਾ ਉਹਦਾ ਰੰਗ ਹੈ,
ਇੰਨਾ ਕੁ ਉਹਦਾ ਕੱਦ ਹੈ, ਇਸ ਤਰ੍ਹਾਂ ਦਾ ਉਹ ਬੋਲੀ ਬੋਲਦਾ ਹੈ, ਇਸ ਤਰ੍ਹਾਂ ਦਾ ਉਹਦਾ ਮੱਥਾ ਹੈ, ਨੱਕ ਹੈ, ਕੰਨ, ਜੋ ਵੀ ਉਹਦੀ ਆਇਡੈਂਟੀਟੀ ਦੇ ਵਿੱਚੋਂ ਜਿਹੜੀ ਸਾਨੂੰ ਰੇਅਰ ਚੀਜ਼ ਲੱਗਦੀ, ਉਚੇਚੀ ਲੱਗਦੀ, ਆਪਾਂ ਇਸ ਤਰ੍ਹਾਂ ਬਿਆਨ ਕਰਦੇ ਹਾਂ। ਹੁਣ ਹਰ ਮਨੁੱਖ, ਮੰਨ ਲਓ ਇੱਕੇ ਨਾਂ ਦੇ 4 ਬੰਦੇ ਆਉਂਦੇ ਨੇ ਗੁਰਦੁਆਰੇ, ਤੇ ਹੁਣ ਨਾਂ ਤੇ ਸਾਰਿਆਂ ਦੇ ਰਲਣਗੇ, ਪਰ ਚਿਹਰੇ ਵੱਖਰੇ ਵੱਖਰੇ ਨੇ, ਬਣਤਰ ਸਰੀਰ ਦੀ ਵੱਖਰੀ ਵੱਖਰੀ ਹੈ। ਉਹਦੇ ਤੋਂ ਆਪਾਂ ਕਹਿੰਦੇ ਵੀ ਇਹ ਫਲਾਂ ਬੰਦਾ ਹੈ, ਫਲਾਂ ਹੈ, ਫਲਾਂ ਹੈ। ਹੁਣ ਨਾਂ ਕਰਕੇ ਉਹਨਾਂ ਨੂੰ ਇੱਕ ਥੋੜ੍ਹੀ ਸਮਝਿਆ ਜਾਣਾ, ਨਾਂ ਤਾਂ ਇੱਕੋ ਜਿਹੇ ਹੀ ਨੇ, ਪਰ ਉਹਨਾਂ ਦੇ ਸਟਰਕਚਰ ਜਿਹੜੇ ਨੇ, ਫਿਜ਼ੀਕਲੀ ਜਿਹੜੇ ਢਾਂਚੇ ਨੇ, ਜਿਹੜੇ ਸਰੀਰ ਨੇ, ਜਿਹੜੀ ਨੈਣ ਨਕਸ਼ ਨੁਹਾਰ ਹੈ, ਉਹ ਵੱਖਰੀ ਵੱਖਰੀ, ਆਦਤਾਂ ਤੇ ਕਰਮ ਵੀ ਵੱਖਰੇ ਵੱਖਰੇ ਨੇ। ਇਸ ਕਰਕੇ ਉਹ ਉਹਨਾਂ ਦੀ ਅਸਲ ਆਇਡੈਂਟੀਟੀ ਹੈ, ਉਹ ਉਹਨਾਂ ਦੀ ਅਸਲ ਪਛਾਣ ਹੈ, ਉਹਨਾਂ ਦਾ ਨਿੱਜ ਜਿਹੜਾ ਹੈ ਉਹ ਇਹ ਹੈ। ਇਸ ਕਰਕੇ ਅਕਾਲ ਪੁਰਖ ਦਾ ਆਪਣਾ ਨਿੱਜੀ ਕੋਈ ਐਸਾ ਖਾਸ ਸਰੂਪ ਨਹੀਂ ਜਿਹਨੂੰ ਬਿਆਨ ਕੀਤਾ ਜਾ ਸਕੇ ਵੀ ਪਰਮੇਸ਼ਰ ਵਾਹਿਗੁਰੂ ਇਸ ਰੂਪ ਦਾ ਹੈ, ਇਸ ਰੰਗ ਦਾ ਹੈ, ਇੰਨਾ ਕੁ ਦਾ ਆਕਾਰ ਹੈ, ਆਹ ਉਹਦੀ ਮੂਰਤ ਹੈ, ਆਹ ਉਹਦੀ ਸ਼ਕਲੋ ਸੂਰਤ ਹੈ। ਉਸ ਨੂੰ ਅਰੂਪ ਤੇ ਅਨੂਪ ਕਿਹਾ ਗਿਆ। ਰੂਪ ਤੋਂ ਬਿਨਾਂ ਉਹਦੀ ਕਿਸੇ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ, ਉਹਦਾ ਕੋਈ ਚਿਹਰਾ ਮੋਹਰਾ ਨਹੀਂ, ਕਿਉਂਕਿ ਉਹ ਪੈਦਾ ਨਹੀਂ ਹੋਇਆ, ਉਹਨੂੰ ਕੋਈ ਘੜ ਨਹੀਂ ਸਕਦਾ। ਤੇ ਸਰਗੁਣ ਰੂਪ ਵਿੱਚ ਇਹ ਕਿਹਾ ਗਿਆ ਹੈ, ਇਹ ਜਿੰਨੀ ਕਾਇਨਾਤ ਹੈ, ਅਸੀਂ ਤੁਸੀਂ ਸਾਰੇ ਜਿੰਨੇ ਵੀ ਹਾਂ, ਸਾਡੇ ਸਭਨਾਂ ਦੇ ਵਿੱਚ ਉਹਦੀ ਜੋਤ ਹੈ, ਕਿਉਂਕਿ ਅਸੀਂ ਉਹਦੇ ਵਿੱਚੋਂ ਪੈਦਾ ਹੋਏ, ਅਸੀਂ ਉਹਦੇ ਵਿੱਚੋਂ ਉਪਜੇ ਹਾਂ, ਉਹਦਾ ਪਾਰਟ ਹਾਂ, ਉਹਦਾ ਹਿੱਸਾ ਹਾਂ, ਉਹ ਸਾਡੇ ਰਾਹੀਂ ਜ਼ਹੂਰ ਦੇ ਵਿੱਚ ਹੈ। ਇਸ ਕਰਕੇ ਅਸੀਂ ਸਾਰੇ ਹੀ ਉਹਦਾ ਰੂਪ ਹਾਂ। ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਤੋ ਉੱਥੇ ਸਰਗੁਣ ਨਿਰਗੁਣ ਦੋਵਾਂ ਸੰਕਲਪਾਂ ਦੀ ਹੋਰ ਬਹੁਤ ਵਿਆਖਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਆਪਾਂ ਸੰਖੇਪ ਵਿੱਚ ਇਸ ਨੂੰ ਜਾਣਨ ਦਾ ਯਤਨ ਕਰ ਰਹੇ ਹਾਂ। ਪਰ ਮਨੁੱਖ ਜੇ ਉਹਦਾ ਰੂਪ ਹੈ ਤੇ ਮਨੁੱਖ ਨੂੰ ਭੁੱਲ ਕਿਉਂ ਗਿਆ? ਇਹਦੀ ਐਕਸਪਲੇਨੇਸ਼ਨ ਇਹ ਦਿੱਤੀ ਗਈ ਹੈ ਗੁਰਬਾਣੀ ਵਿੱਚ ਵੀ, ਧਰਮ ਸ਼ਾਸਤਰਾਂ ਵਿੱਚ ਵੀ, ਕਿ ਅਸੀਂ ਮਾਇਆ ਦੇ ਪ੍ਰਭਾਵ ਅਧੀਨ ਆਪਣੇ ਅਸਲ ਨੂੰ, ਆਪਣੇ ਅਸਲੇ ਨੂੰ, ਆਪਣੇ ਮੂੜ ਨੂੰ ਵਿਸਾਰ ਬੈਠਦੇ। ਸਾਡੇ ਉੱਤੇ ਪ੍ਰਕਿਰਤਕ ਪ੍ਰਭਾਵ ਜਿਹੜੇ ਨੇ ਉਹ ਪਏ ਰਹਿੰਦੇ ਨੇ। ਸਾਡੀ ਸੁਰਤ ਦੇ ਉੱਤੇ ਹੰਗਤਾ, ਹੰਕਾਰ, ਸਵਾਰਥ, ਇਹ ਸਾਰਾ ਕੁਝ ਹਾਵੀ ਰਹਿੰਦਾ ਹੈ, ਤੇ ਇਹਨਾਂ ਕਰਕੇ ਅਸੀਂ ਆਪਣੇ ਮੂਲ ਅਸਲੇ ਨੂੰ ਭੁੱਲ ਜਾਂਦੇ ਹਾਂ। ਜਿੱਥੇ ਹਜ਼ੂਰ ਇਹ ਕਹਿੰਦੇ ਨੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਕਹੋ ਕਬੀਰ ਹਮ ਰਾਮ ਕੀ ਅੰਸ਼। ਪਰ ਅਸੀਂ ਆਪਣਾ ਅਸਲਾ ਭੁੱਲ ਗਏ, ਮੂਲ ਭੁੱਲ ਗਏ। ਮੂਲ ਨੂੰ ਭੁੱਲਣ ਕਰਕੇ ਅਸੀਂ ਅਵਿਦਿਆ, ਮੂਲ ਨੂੰ ਕਿਉਂ ਭੁੱਲੇ? ਸਾਡੇ ਅੰਦਰ ਹੰਗਤਾ ਹੈ, ਸਵਾਰਥ ਹੈ, ਸਾਰੀਆਂ ਚੀਜ਼ਾਂ। ਇਸ ਨੂੰ ਕਿਹਾ ਗਿਆ ਹੈ ਅਵਿਦਿਆ ਅਗਿਆਨਤਾ ਕਾਰਨ। ਮਾਧੋ ਅਵਿਦਿਆ ਹਿਤ ਕੀਨ, ਵਿਵੇਕ ਦੀਪ ਮਲੀਨ। ਸਾਡੇ ਅੰਦਰ ਇੱਕ ਗਹਿਰੀ ਅਗਿਆਨਤਾ ਹੈ। ਉਸ ਅਗਿਆਨਤਾ ਦੇ ਵਿੱਚ ਅਸੀਂ ਹਉਮੈ ਵਸ, ਸਵਾਰਥ ਵਸ, ਹੋਰ ਐਸੀਆਂ ਵਾਸ਼ਨਾਵਾਂ ਵਸ, ਸਾਡੀ ਸੁਰਤ ਉੱਤੇ ਪਰਦਾ ਪਿਆ ਰਹਿੰਦਾ ਮਾਇਆ ਦਾ, ਜਿਸ ਕਰਕੇ ਅਸੀਂ ਆਪਣੇ ਨਿੱਜ ਸਰੂਪ ਨੂੰ ਪਹਿਚਾਣਦੇ ਨਹੀਂ ਹਾਂ। ਜਦੋਂ ਅਸੀਂ ਪਹਿਚਾਣ ਜਾਂਦੇ ਹਾਂ, ਜਦੋਂ ਅਸੀਂ ਜਾਣ ਜਾਂਦੇ ਹਾਂ ਜੋ ਗੁਰਬਾਣੀ ਵਿਆਖਿਆ ਕਰਦੀ ਹੈ, ਫਿਰ ਅਸੀਂ ਇਸ ਤਲ ਉੱਤੇ ਪਹੁੰਚਦੇ ਹਾਂ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਫਿਰ ਅਸੀਂ ਉਸ ਭੇਦ ਭਰਮ ਦੁਈ ਦਵੈਤ ਦੇ ਖਾਨੇ ਚੋਂ ਬਾਹਰ ਨਿਕਲ ਆਉਂਦੇ ਹਾਂ। ਹੁਣ ਇਹ ਇਸ ਭਾਵ ਦੀ ਵਿਆਖਿਆ ਜਦੋਂ ਸਤਿਗੁਰੂ ਬਾਣੀ ਵਿੱਚ ਕਰਦੇ ਨੇ, ਫਿਰ ਅੱਗੇ ਜਾ ਕੇ ਗੁਰਬਾਣੀ ਵਿੱਚ ਮਾਇਆ ਦੀ ਪ੍ਰਕਿਰਤੀ ਦੀ ਗੱਲ ਆਈ। ਮਾਇਆ ਦੇ ਵੈਸੇ ਪ੍ਰਕਰਣ ਮੁਤਾਬਕ ਕਈ ਅਰਥ ਨੇ, ਕੋਈ ਇੱਕ ਅਰਥ ਨਹੀਂ ਹੈ। ਮਾਇਆ ਤਾਂ ਮਾਂ ਵਾਸਤੇ ਵੀ ਆਉਂਦਾ ਹੈ, ਮਾਇਆ ਪ੍ਰਕਿਰਤੀ ਵਾਸਤੇ, ਕੁਦਰਤੀ ਰਚਨਾ ਵਾਸਤੇ ਵੀ ਆਉਂਦਾ ਹੈ, ਮਾਇਆ ਧਨ ਪਦਾਰਥ ਵਾਸਤੇ ਵੀ ਆਉਂਦਾ ਹੈ। ਹੋਰ ਵੀ ਬਹੁਤ ਅਰਥ ਨੇ ਗੁਰਬਾਣੀ 'ਚ, ਅਨੇਕ ਭਾਂਤ ਦੇ, ਜੋ ਕੰਟੈਕਸਟ ਸੰਦਰਭ ਚੱਲਦਾ ਹੋਵੇ ਉਸ ਮੁਤਾਬਕ ਅਰਥ ਹੁੰਦਾ। ਤ੍ਰੈ ਗੁਣ ਮਾਇਆ ਦੇ 3 ਰੂਪ ਮੰਨੇ ਗਏ। ਸੰਖੇਪ 'ਚ ਇਸ ਨੂੰ ਸਮਝੀਏ, ਜੋ ਸਾਂਖਿਆ ਸ਼ਾਸਤਰ ਨੇ ਇਸ ਦੀ ਵਿਆਖਿਆ ਕੀਤੀ ਉਹ ਇਹ ਹੈ। ਪਹਿਲਾ ਹੈ ਸਾਤਕ, ਸਤੋ ਗੁਣ, ਜਿਸ ਨੂੰ ਆਪਾਂ ਕਹਿੰਦੇ ਹਾਂ। ਸਤੋ ਗੁਣ ਦਾ ਭਾਵ ਹੈ ਗਿਆਨ, ਜਿਹੜੀ ਚੀਜ਼ ਵੱਧਦੀ ਹੈ। ਸਤੋ ਗੁਣ ਦਾ ਮਤਲਬ ਹੈ ਜਿਹੜੀ ਚੀਜ਼ ਸਿਖਰ ਵੱਲ ਨੂੰ ਜਾਂਦੀ।
ਸਤੋ ਗੁਣ ਦਾ ਅਰਥ ਉਹਨਾਂ ਗਿਆਨ ਕੀਤਾ। ਫਿਰ ਇਹਦੀ ਅੱਗੇ ਬੜੀ ਲੰਬੀ ਚੌੜੀ ਐਕਸਪਲੇਨੇਸ਼ਨ ਉਹਨਾਂ ਨੇ ਆਪਣੇ ਅਕੋਰਡਿੰਗ ਕਰਨੀ ਹੈ ਨਾ, ਇਸ ਕਰਕੇ ਉਹਦੀ ਵਿਆਖਿਆ ਇਸ ਤਰ੍ਹਾਂ ਕਰਦੇ। ਦੂਜੇ ਨੰਬਰ ਤੇ ਆਉਂਦਾ ਹੈ ਰਾਜਸ, ਜਿਸ ਨੂੰ ਰਜੋਗੁਣ ਆਪਾਂ ਕਹਿੰਦੇ ਹਾਂ। ਇਹਦਾ ਮਤਲਬ ਹੁੰਦਾ ਹੈ ਕਿਰਿਆ, ਪ੍ਰੋਸੈਸ। ਕੋਈ ਚੀਜ਼ ਜਦੋਂ ਪ੍ਰੋਸੈਸ ਵਿੱਚ ਪੈ ਗਈ, ਅੱਗੇ ਤੋਂ ਅੱਗੇ ਵੱਧਦੀ ਹੈ, ਸਫ਼ਰ ਕਰਦੀ ਹੈ, ਟਰੈਵਲ ਕਰਦੀ ਹੈ। ਤੇ ਤੀਜਾ ਗੁਣ ਹੈ ਤਾਮਸ, ਇਹਨੂੰ ਤਮੋ ਗੁਣ ਕਹਿੰਦੇ ਹਨ। ਇਹਦਾ ਭਾਵ ਹੈ ਅਵਿਦਿਆ, ਅਗਿਆਨਤਾ, ਜੜਤਾ, ਮੂਰਖਤਾ। ਇਹ ਤਿੰਨਾਂ ਤੀਹੀ ਗੁਣੀ ਸੰਸਾਰ ਭ੍ਰਮ ਸੁੱਤਾ, ਸੁੱਤਿਆਂ ਰਹਿਣ ਬਿਹਾਣੇ। ਹੁਣ ਆਪਾਂ ਇਹਨੂੰ ਗੁਰਬਾਣੀ ਦੇ ਵਿੱਚੋਂ ਸਮਝੀਏ। ਰਜ ਗੁਣ, ਤਾਮ ਗੁਣ, ਸਤ ਗੁਣ ਕਹੀ ਹੈ, ਇਹ ਤੇਰੀ ਸਭ ਮਾਇਆ। ਕਈ ਕੋਟ ਰਾਜਸ, ਤਾਮਸ, ਸਾਤਕ। ਹੁਣ ਰਜੋ ਗੁਣ ਕੀ ਹੈ? ਰਜੋ ਗੁਣ ਹੈ ਪਕੜ। ਮੰਨ ਲਓ ਜਿਵੇਂ ਇੱਕ ਰਾਜਨੇਤਾ, ਇਸ ਨੂੰ ਉਦਾਹਰਣ ਇਵੇਂ ਦਿੱਤੀ ਜਾਂਦੀ ਹੈ ਕਿ ਰਾਜਾ ਹੈ, ਬਾਦਸ਼ਾਹ ਹੈ। ਹੁਣ ਉਹਦੀ ਹਕੂਮਤ ਕਿਸ ਬੇਸ ਤੇ ਚੱਲਦੀ ਹੈ? ਕੰਟਰੋਲ ਤੇ। ਉਹਨੇ ਕਿੰਨਾ ਕੰਟਰੋਲ ਕੀਤਾ ਹੋਇਆ, ਕੰਟਰੋਲ ਕੀਤਾ ਹੋਇਆ, ਕਬਜ਼ਾ ਕੀਤਾ ਹੋਇਆ, ਤੇ ਉਹਨੂੰ ਛੱਡੇਗਾ ਨਹੀਂ। ਉਹਦੇ ਅੰਦਰ ਤਿਆਗ ਜੇ ਉਹ ਵਿਖਾਉਣ ਲੱਗ ਪਵੇ, ਨਹੀਂ ਕਿ ਚੱਲ ਕੋਈ ਨਹੀਂ, ਤੁਸੀਂ ਆਹ ਵੀ ਛੱਡ ਦਿਓ, ਆਹ ਵੀ ਛੱਡ ਦਿਓ, ਉਹਦਾ ਰਾਜ ਤਬਾਹ ਤੇ ਫਨਾਹ ਹੋ ਜਾਏ। ਉਹ ਜਿਹੜੀ ਪਕੜ ਦੀ ਬਿਰਤੀ ਹੈ, ਉਹਦੇ ਵਿੱਚੋਂ ਕੀ ਕੀ ਪੈਦਾ ਹੁੰਦਾ ਹੈ? ਪਕੜ ਦੀ ਬਿਰਤੀ ਦੇ ਵਿੱਚੋਂ ਪੈਦਾ ਹੁੰਦਾ ਹੈ ਮੋਹ। ਮੋਹ ਹੋਏਗਾ ਵੀ ਇਹ ਮੇਰਾ, ਸਾਰਾ ਕੁਝ ਮੇਰਾ। ਉਹਦੇ ਵਿੱਚੋਂ ਹੀ ਆਏਗਾ ਹੰਕਾਰ, ਮੈਂ ਰਾਜਾ ਹਾਂ, ਮੈਂ ਦੂਜਿਆਂ ਤੋਂ ਰੇਰ ਹਾਂ, ਉੱਚਾ ਹਾਂ, ਵੱਡਾ ਹਾਂ। ਇਹ ਜਿਹੜੀ ਸਾਰੇ ਦਾ ਸਾਰਾ ਸਰਕਲ, ਇਹ ਜਿਹੜਾ ਸਟਰਕਚਰ ਹੈ ਜੀਵਨ ਦਾ, ਇਹ ਜਿਹੜਾ ਸੁਭਾਅ ਹੈ, ਇਹ ਸਾਰੇ ਦੇ ਸਾਰੇ ਬਣੇ ਹੋਈ ਘਾੜਤ ਨੂੰ ਕਿਹਾ ਜਾਂਦਾ ਹੈ ਰਜੋਗੁਣ। ਯਾਨੀ ਕਿ ਜਿੱਥੇ ਹੰਕਾਰ ਹੈ, ਜਿੱਥੇ ਮੋਹ ਹੈ, ਜਿੱਥੇ ਪਕੜ ਹੈ, ਜਿੱਥੇ ਖਿੱਚ ਹੈ, ਜਿੱਥੇ ਸਵਾਰਥ ਹੈ, ਔਰ ਇਸ ਸਰਕਲ ਵਿੱਚ ਲਗਾਤਾਰ ਇਨਸਾਨ ਘੁੰਮ ਰਿਹਾ ਸੁਰਤ ਕਰਕੇ, ਵਿਹਾਰ ਕਰਕੇ, ਕਰਮ ਕਰਕੇ, ਉਸ ਨੂੰ ਕਿਹਾ ਜਾਂਦਾ ਹੈ ਵੀ ਰਜੋ ਗੁਣ ਦੀ ਪ੍ਰਵਿਰਤੀ ਦਾ। ਜੇ ਮੈਂ ਹੋਰ ਸੰਖੇਪ 'ਚ ਦੱਸਾਂ, ਸਾਡੇ ਵੈਦਾਂ ਦੀ, ਆਯੁਰਵੈਦ ਦੀ ਵੈਦਿਕ ਬੋਲੀ ਦੇ ਵਿੱਚ ਸਾਡੇ ਸਰੀਰ ਦੀਆਂ ਤਿੰਨ ਪ੍ਰਵਿਰਤੀਆਂ, ਤਿੰਨ ਸੁਭਾਅ ਹੁੰਦੇ ਨੇ: ਵਾਤ, ਪਿੱਤ ਤੇ ਕਫ। ਵਾਤ ਰੋਗ ਜਿਹੜਾ ਹੈ, ਜਿਹਨੂੰ ਵਾਯੂ ਰੋਗ ਵੀ ਕਹਿ ਦਿੰਦੇ ਨੇ, ਇਹ ਪ੍ਰਵਿਰਤੀ ਸਰੀਰ ਦਾ ਸੁਭਾਅ ਹੈ। ਹੁਣ ਹਵਾ ਤੋਂ ਬਿਨਾਂ ਤਾਂ ਅਸੀਂ ਜੀ ਨਹੀਂ ਸਕਦੇ। ਹਵਾ ਸਾਡਾ ਪੰਜਾਂ ਤੱਤਾਂ ਦੇ ਵਿੱਚ ਇੱਕ ਤੱਤ ਵੀ ਹੈ, ਪਰ ਜਿਸ ਨੂੰ ਵਾਤ, ਪਿੱਤ ਤੇ ਕਫ, ਇਹ ਤਿੰਨੇ ਜਿਹੜੇ ਨੇ, ਹੁਣ ਇਹਨਾਂ ਦੀ ਲੋੜ ਵੀ ਹੈ, ਪਰ ਜਦੋਂ ਇਹਨਾਂ ਦਾ ਬੈਲੈਂਸ ਵਿਗੜ ਜਾਂਦਾ ਹੈ ਤੇ ਇਹ 'ਚ ਬਿਮਾਰੀਆਂ ਪੈਦਾ ਹੁੰਦੀਆਂ। ਹੁਣ ਮੰਨ ਲਓ ਕਿਸੇ ਦਾ ਵਾਯੂ ਤਲ ਸਰੀਰ ਦਾ ਵਿਗੜ ਜਾਏ ਤੇ ਉਹਨੂੰ ਕਿੰਨੀਆਂ ਬਿਮਾਰੀਆਂ ਉਹਦੇ ਵਿੱਚੋਂ ਅੱਗੇ ਉਹਦੀਆਂ ਨਿਸ਼ਾਨੀਆਂ ਪ੍ਰਗਟ ਹੋਣਗੀਆਂ। ਇਹਦਾ ਸਿਰ ਦੁਖਦਾ ਹੈ, ਇਹਦੀ ਪਾਚਨ ਕਿਰਿਆ ਕਮਜ਼ੋਰ ਹੈ, ਇਸ ਦਾ ਪੇਟ ਖਰਾਬ ਹੈ, ਵਗੈਰਾ ਵਗੈਰਾ। ਕਫ ਦੀ ਬਿਮਾਰੀ ਹੋ ਜਾਏ ਤੇ ਆਪਾਂ ਉਹਨੂੰ ਕਹਿੰਦੇ ਆ ਵੀ ਇਹਦੇ ਸਰੀਰ ਦਾ ਬੈਲੈਂਸ ਉਸ ਹਿਸਾਬ ਨਾਲ, ਉਹਦੇ ਵੀ ਅੱਗੇ ਜਦੋਂ ਵੈਦ ਕੋਲ ਜਾਓਗੇ ਉਹ ਪੁੱਛੇਗਾ ਤੁਹਾਨੂੰ ਕੀ ਪ੍ਰੋਬਲਮ ਹੈ। ਪਹਿਲਾਂ ਪ੍ਰੋਬਲਮ ਪੁੱਛੇਗਾ, ਫਿਰ ਉਹ ਨਿਸ਼ਾਨੀਆਂ ਪੁੱਛੇਗਾ, ਅੱਗੇ ਤੋਂ ਅੱਗੇ ਵੱਧਦਾ ਉਹ ਅੰਦਾਜ਼ਾ ਲਾਏਗਾ ਵੀ ਇਹਨੂੰ ਕਫ ਰੋਗ ਹੈ, ਇਹਨੂੰ ਵਾਤ ਰੋਗ ਹੈ, ਇਹਨੂੰ ਪਿੱਤ ਰੋਗ ਹੈ। ਹੁਣ ਉਹਨੂੰ ਡਿਟੈਕਟ ਕਰ ਲਿਆ, ਪ੍ਰੋਪਰ ਢੰਗ ਦੇ ਨਾਲ ਉਸ ਚੀਜ਼ ਨੂੰ ਜਾਣ ਲਿਆ ਵੀ ਇਹ ਕਫ ਰੋਗ ਵਿੱਚੋਂ ਪੈਦਾ ਹੋਈ ਚੀਜ਼ ਹੈ, ਕਫ ਸੁਭਾਅ ਚੋਂ, ਇਹ ਇਸ ਚੀਜ਼ ਵਿੱਚੋਂ ਪੈਦਾ। ਜਿਵੇਂ ਆਪਾਂ ਕਹਿੰਦੇ ਨਾ ਵੀ ਕੁਝ ਰੋਗ ਨੇ ਚਮੜੀ ਦੇ, ਕੁਝ ਰੋਗ ਨੇ ਬਲੱਡ ਦੇ, ਕੁਝ ਨੇ ਸਾਡੇ ਸਰੀਰ ਦਾ ਕੋਈ ਅੰਗ ਜਿਹੜਾ ਉਹ ਨਕਾਰਾ ਹੋਣਾ ਸ਼ੁਰੂ ਹੋ ਜਾਏ। ਇਸ ਤਰ੍ਹਾਂ ਦੇ ਵੱਖਰੇ ਵੱਖਰੇ ਫਿਰ ਉਹਨੂੰ ਵੇਖਿਆ ਜਾਂਦਾ। ਹੁਣ ਤੁਸੀਂ ਅੱਖਾਂ ਦੇ ਡਾਕਟਰ ਕੋਲ ਅੱਖਾਂ ਦੀ ਬਿਮਾਰੀ ਲੈ ਕੇ ਜਾਓਗੇ, ਹੱਡੀਆਂ ਦੇ ਡਾਕਟਰ ਕੋਲ ਹੱਡੀਆਂ ਦੀ ਬਿਮਾਰੀ ਲੈ ਕੇ ਜਾਓਗੇ, ਤੇ ਹੱਡੀਆਂ ਨੂੰ ਵੀ ਕਈ ਕਿਸਮ ਦੀਆਂ ਬਿਮਾਰੀਆਂ ਹੋ ਸਕਦੀਆਂ ਨੇ। ਅੱਖ ਇੱਕ ਹੈ, ਅੱਖ ਦੇ ਡਾਕਟਰ ਨੇ ਸਾਰੀ ਜ਼ਿੰਦਗੀ ਤੇ ਅਜੇ ਵੀ ਸਟੱਡੀ ਚੱਲੀ ਜਾਂਦੀ ਵੀ ਅੱਖ ਨੂੰ ਕਿੰਨੇ ਪ੍ਰਕਾਰ ਦੇ, ਅੱਖ ਇੱਕੋ ਹੀ ਹੈ, ਇੱਕ ਅੱਖ ਨੂੰ ਕਿੰਨੇ ਪ੍ਰਕਾਰ ਦੇ ਰੋਗ ਹੋ ਸਕਦੇ ਨੇ। ਸਾਡੀ ਚਮੜੀ ਤੇ ਇੱਕੋ ਜਿਹੀ ਹੈ ਨਾ ਸਾਰੀ ਸਰੀਰ ਦੇ ਉੱਤੇ, ਚਮੜੀ ਨੂੰ ਹੀ ਕਿੰਨੇ ਪ੍ਰਕਾਰ ਦੇ ਅੱਗੇ ਰੋਗ ਹੋ ਸਕਦੇ ਨੇ। ਇਸੇ ਤਰ੍ਹਾਂ ਰਜੋ ਇੱਕ ਪ੍ਰਵਿਰਤੀ ਹੈ, ਇਹਦੇ ਚੋਂ ਅੱਗੇ ਅਨੇਕ ਪ੍ਰਕਾਰ ਦੇ ਰੋਗ ਹੋ ਸਕਦੇ ਨੇ। ਕਿਹੜਾ ਰੋਗ ਰਜੋ ਗੁਣ ਦੀ ਪ੍ਰਵਿਰਤੀ ਨਾਲ ਸੰਬੰਧ ਰੱਖਦਾ ਹੈ, ਇਹ ਵੇਖਿਆ ਜਾਂਦਾ ਹੈ। ਦੂਜੀ ਚੀਜ਼ ਹੈ ਤਮੋ ਗੁਣ। ਤਮੋ ਦਾ ਮਤਲਬ ਤਾਮਸੀ, ਤਾਮਸ ਕਿਹਾ ਜਾਂਦਾ ਹੈ। ਤਾਮਸ ਦਾ ਮਤਲਬ ਹੁੰਦਾ ਹੈ
ਅਵਿਦਿਆ, ਅਗਿਆਨਤਾ ਨਾਲ ਹਿੱਤ ਪਾ ਲੈਣਾ, ਜਿੱਥੇ ਬਿਲਕੁਲ ਹੀ ਸਮਝਣ ਦੀ ਬਿਰਤੀ ਖਤਮ ਹੋ ਜਾਂਦੀ ਹੈ, ਜਿੱਥੇ ਮੂੜਤਾ ਪ੍ਰਧਾਨ ਹੈ ਜੀਵਨ ਵਿੱਚ। ਇਹਦੇ ਵਿੱਚੋਂ ਕੀ ਨਿਕਲਦਾ ਹੈ? ਹੁਣ ਬੰਦਾ ਮੰਨ ਲਓ, ਇਹਨੂੰ ਮੈਂ ਇੱਕ ਉਦਾਹਰਨ ਨਾਲ ਐਕਸਪਲੇਨ ਕਰਦਾ। ਕਿਸੇ ਮਨੁੱਖ ਨੂੰ ਅਗਿਆਨਤਾ ਦਾ ਰੋਗ, ਅਗਿਆਨਤਾ ਹੈ, ਬੇਸਮਝੀ ਹੈ, ਬਿਲਕੁਲ ਉਹਨੂੰ ਕੱਖ ਨਹੀਂ ਪਤਾ ਕਿਸੇ ਚੀਜ਼ ਬਾਰੇ। ਜਦੋਂ ਤੁਸੀਂ ਉਸ ਨੂੰ ਦੱਸਦੇ ਹੋ ਕਿ ਆਹ ਗੱਲ ਐਵੇਂ ਨਹੀਂ ਐਵੇਂ ਹੋਣੀ, ਤੇ ਉਹ ਤੁਹਾਡੇ ਤੇ ਖਿਝ ਜਾਏ, ਉਹ ਤੁਹਾਨੂੰ ਇਹ ਕਹੇ ਵੀ ਇਹ ਜਿਹੜਾ ਖੂਹ ਹੈ ਮੈਂ ਇਹਦੇ ਵਿੱਚ ਡਿੱਗਣ ਜਾ ਰਿਹਾ, ਤੂੰ ਕੌਣ ਹੁੰਦਾ ਮੈਨੂੰ ਰੋਕਣ ਵਾਲਾ? ਉਹ ਬਜਾਏ ਉਸ ਤੱਤ ਭਾਵ ਨੂੰ ਸਮਝਣ ਦੇ, ਉਹਦੇ ਅੰਦਰ ਕ੍ਰੋਧ ਤੇ ਹੰਕਾਰ ਪੈਦਾ ਹੋਵੇ, ਉਹਦੇ ਅੰਦਰ ਗੁੱਸਾ ਤੇ ਖਿਝ ਪੈਦਾ ਹੋਵੇ, ਉਹਦੇ ਅੰਦਰ ਇੱਕ ਬੇਵਜ੍ਹਾ ਦੀ ਉਤੇਜਨਾ ਪੈਦਾ ਹੋਵੇ, ਇਹਦਾ ਮਤਲਬ ਹੈ ਉਹਦੀ ਅਗਿਆਨਤਾ ਬੜੀ ਘੋਰ ਦਰਜੇ ਦੇ ਉੱਤੇ ਪਹੁੰਚੀ ਹੋਈ ਹੈ। ਇੱਕ ਤਾਂ ਹੁੰਦੀ ਨਹੀਂ ਬੇਸਮਝੀ, ਬੇਸਮਝੀ ਨੂੰ ਤੁਸੀਂ ਠੋਕਰ ਲੱਗੀ। ਮੰਨ ਲਓ ਤੁਸੀਂ ਕਿਸੇ ਤੋਂ ਸਿੱਖਣਾ ਨਹੀਂ ਚਾਹੁੰਦੇ, ਕੋਈ ਤੁਹਾਨੂੰ ਦੱਸੇ ਤੇ ਤੁਸੀਂ ਉਹਦੀ ਗੱਲ ਨੂੰ ਨਕਾਰ ਦਿੰਦੇ ਹੋ ਵੀ ਕੱਲ੍ਹ ਨੂੰ ਇਹ ਮੈਨੂੰ ਅਹਿਸਾਨ ਕਰੇਗਾ। ਕਈ ਵਾਰ ਇਸ ਤਰ੍ਹਾਂ ਵੈਸੀ ਨਾ ਸਮਝ, ਕਿਸੇ ਦੀ ਗੱਲ ਨਾ ਸੁਣਨ ਦੇ ਵੀ ਕਈ ਕਾਰਨ ਹੋ ਸਕਦੇ ਨੇ। ਇੱਕ ਕਾਰਨ ਇਹ ਹੋ ਸਕਦਾ ਵੀ ਤੁਹਾਨੂੰ ਉਹਦੇ ਤੋਂ ਪਹਿਲਾਂ ਹੀ ਜ਼ਿਆਦਾ ਪਤਾ ਹੈ, ਤੁਹਾਨੂੰ ਲੱਗਦਾ ਵੀ ਨਹੀਂ ਇਹ ਗੱਲ ਏਡੀ ਉੱਚੇ ਤਲ ਦੀ ਨਹੀਂ ਜਿੱਥੇ ਮੈਂ ਪਹੁੰਚਿਆ ਹੋਇਆ। ਦੂਜਾ ਕਾਰਨ ਇਹ ਹੋ ਸਕਦਾ ਹੈ ਵੀ ਤੁਹਾਨੂੰ ਉਹ ਬੰਦਾ ਹੀ ਕਹਿਣ ਵਾਲਾ ਚੰਗਾ ਨਹੀਂ ਲੱਗਦਾ, ਗੱਲ ਭਾਵੇਂ ਉਹਦੀ ਚੰਗੀ ਲੱਗਦੀ, ਬੰਦੇ ਨੂੰ ਹੀ ਤੁਸੀਂ ਪ੍ਰਵਾਨ ਨਹੀਂ ਕਰ, ਉਹਨੂੰ ਅਸੀਂ ਕਹਿੰਦੇ ਹਾਂ ਪਰਸਨੈਲਿਟੀ ਕਲੈਸ਼, ਸ਼ਖਸੀ ਟਕਰਾਅ। ਤੀਜਾ ਕਾਰਨ ਇਹ ਹੋ ਸਕਦਾ ਹੈ ਵੀ ਜੇ ਮੈਂ ਇਹਦੀ ਗੱਲ 'ਚ ਹਾਮੀ ਭਰ ਦਿੱਤੀ ਤੇ ਇਸ ਬੰਦੇ ਦਾ ਮਾਣ ਵੱਧ ਜਾਏਗਾ, ਮੈਂ ਇਹ ਨਹੀਂ ਚਾਹੁੰਦਾ। ਚੌਥਾ ਕਾਰਨ ਇਹ ਹੋ ਸਕਦਾ ਹੈ ਵੀ ਤੁਸੀਂ ਸਿੱਖਣਾ ਤੇ ਚਾਹੁੰਦੇ ਹੋ, ਪਰ ਤੁਹਾਨੂੰ ਇਹ ਡਰ ਖਾ ਰਿਹਾ ਹੈ ਕਿ ਕੱਲ੍ਹ ਨੂੰ ਇਹ ਬੰਦਾ ਕਹੇਗਾ ਮੈਂ ਤੈਨੂੰ ਇਹ ਅਕਲ ਦੀ ਗੱਲ ਦੱਸੀ ਹੈ ਤੇ ਮੈਂ ਇਸ ਤਰ੍ਹਾਂ ਇਹਦਾ ਅਹਿਸਾਨ ਮੰਨਣ ਵਾਲਾ ਬਣ ਜਾਵਾਂਗਾ ਤੇ ਇਹਦਾ ਰੁਤਬਾ ਮੇਰੇ ਤੋਂ ਉੱਚਾ। ਇਹ ਵੀ ਰੀਜ਼ਨ ਹੋ ਸਕਦਾ, ਕਈ ਕਾਰਨ ਹੋ ਸਕਦੇ ਨੇ। ਪਰ ਇੱਕ ਤਾਂ ਹੁੰਦਾ ਵੀ ਬੰਦਾ ਸਿੱਖ ਤੇ ਸਕਦਾ ਨਾ, ਚਲੋ ਉਹ ਕਿਸੇ ਦੀ ਸਲਾਹ ਤੇ ਨਾ ਸਿੱਖੇ, ਕਿਸੇ ਓਪਰੇ ਵੱਲ ਵੇਖ ਕੇ ਸਿੱਖ ਲੈ, ਕਿਤੇ ਉਹ ਪੜ੍ਹ ਕੇ ਸਿੱਖ ਲੈ, ਸੁਣ ਕੇ ਸਿੱਖ ਲੈ, ਆਪਣੇ ਜੀਵਨ ਦੇ ਤਜਰਬੇ, ਉਹਦੇ ਅੰਦਰ ਇੱਕ ਬਿਰਤੀ ਤੇ ਹੁੰਦੀ ਹੈ ਨਾ ਵੀ ਕਿਤੇ ਨਾ ਕਿਤੇ ਜਾ ਕੇ ਉਹ ਸਿੱਖ ਸਕਦਾ। ਜਿਹਦੇ ਅੰਦਰੋਂ ਇਹ ਬਿਰਤੀ ਹੀ ਨਾ ਹੋਵੇ ਵੀ ਉਹ ਨਾ ਆਪਣੇ ਜੀਵਨ ਦੀਆਂ ਠੋਕਰਾਂ ਤੋਂ ਸਿੱਖੇ, ਨਾ ਦੂਜੇ ਵੱਲ ਵੇਖ ਕੇ ਸਿੱਖੇ, ਨਾ ਕਿਸੇ ਦੇ ਆਖਿਆਂ ਸਿੱਖੇ, ਉਹਨੂੰ ਕਿਹਾ ਜਾਂਦਾ ਵੀ ਅਗਿਆਨਤਾ ਦੇ ਸਭ ਤੋਂ ਹੇਠਲੇ ਪੱਧਰ ਉੱਤੇ ਖੜਾ, ਸਭ ਤੋਂ ਨੀਵੇਂ ਦਰਜੇ ਦੇ ਉੱਤੇ ਇਹਦੀ ਅਗਿਆਨਤਾ ਹੈ, ਇਹਦੀ ਮੂੜਤਾ ਹੈ, ਇਹਦੇ ਅੰਦਰ ਉਕਾ ਹੀ ਚਿਣਗੀ ਹੈ ਨਹੀਂ, ਕੋਈ ਜਗਿਆਸਾ ਹੀ ਨਹੀਂ। ਤੋ ਜਿਵੇਂ ਬਾਣੀ ਦੇ ਵਿੱਚ ਲਿਖਿਆ ਨਾ ਇੱਕ ਵਾਕ, ਬੋਲਾ ਜੇ ਸਮਝਾਈਐ ਪੜ੍ਹੀਆਂ ਸਿਮਰਤ ਪਾਠ, ਕਿ ਬੋਲੇ ਬੰਦੇ ਲੱਗ ਜਿਹਦੀ ਕੰਨਾਂ ਦੀ ਸਰੋਤ ਹੀ ਖਰਾਬ ਹੈ, ਉਹਦੇ ਲਾਗੇ ਬੜੇ ਵੱਡੇ ਵੱਡੇ ਦੁਨੀਆ ਦੇ ਧੁਰੰਤਰ ਵਿਦਵਾਨ ਸਿਮਰਤੀਆਂ ਦੇ ਭਾਵ ਧਰਮ ਗ੍ਰੰਥਾਂ ਦੇ ਔਰ ਬਹੁਤ ਫਿਲੋਸਫੀਕਲ ਗ੍ਰੰਥਾਂ ਦੇ ਗੂੜ ਗਿਆਨ ਦੀਆਂ ਗੱਲਾਂ ਕਰੀ ਜਾਣ, ਉਹਨੂੰ ਕੀ ਫਰਕ ਪੈਂਦਾ? ਹੁਣ ਤਾਂ ਲੱਗੇਗਾ ਖੌਰੇ ਆਪਸ 'ਚ ਚੁਗਲੀਆਂ ਕਰਦੇ ਨੇ, ਉਹਨੂੰ ਲੱਗੇਗਾ ਪਤਾ ਨਹੀਂ ਕੀ ਸਲਾਹਾਂ ਕਰਦੇ ਨੇ, ਜਦੋਂ ਉਹਨੂੰ ਸੁਣਦਾ ਹੀ ਨਹੀਂ। ਇੱਕ ਨੂੰ ਹੁੰਦਾ, ਇੱਕ ਨੂੰ ਅੰਦਾਜ਼ਾ ਲੱਗ ਜਾਂਦਾ, ਇੱਕ ਹੁੰਦਾ ਦੂਸਰੇ ਦੇ ਇਸ਼ਾਰੇ ਨੂੰ ਵੇਖ ਕੇ ਸਮਝ ਜਾਂਦਾ। ਹੁਣ ਤੁਸੀਂ ਉਸ ਬੰਦੇ ਦਾ ਅੰਦਾਜ਼ਾ ਲਾਓ, ਕਈ ਬੰਦਿਆਂ ਦੀ ਸਰੋਤ ਨਹੀਂ ਹੈ ਕੰਮ ਕਰਦੀ, ਅੱਖ ਕੰਮ ਕਰਦੀ ਹੈ, ਉਹ ਵੇਖ ਕੇ ਅੰਦਾਜ਼ਾ ਲਾਉਂਦੇ ਨੇ ਅਗਲੇ ਦੇ ਬੁੱਲ ਹਿਲਦਿਆਂ ਤੋਂ ਵੀ ਐਵੇਂ ਗੱਲ ਕਰਦੇ ਨੇ। ਉਹਨਾਂ ਦੀ ਵੀ ਆਪਣੀ, ਉਹਨਾਂ ਨੇ ਇਸ ਕਰਕੇ ਇਸ਼ਾਰਿਆਂ ਦੀ ਭਾਸ਼ਾ ਈਜਾਦ ਕੀਤੀ। ਕਿੰਨੀ ਸਿਆਣਪ ਹੈ ਵੇਖੋ ਉਹਨਾਂ 'ਚ, ਉਹ ਦੂਸਰੇ ਦੇ ਇਸ਼ਾਰੇ ਨਾਲ ਗੱਲ ਸਮਝ ਆਉਂਦੇ ਨੇ ਕਿਉਂਕਿ ਉਹਨਾਂ ਨੂੰ ਦੀਦਾ ਹੈ। ਅੱਛਾ, ਜਿਨ੍ਹਾਂ ਨੂੰ ਦੀਦਾ ਨਹੀਂ ਉਹ ਸੁਣ ਕੇ ਸਮਝ ਆਉਂਦੇ ਨੇ, ਪਰ ਤੁਸੀਂ ਉਸ ਬੰਦੇ ਦੀ ਵਿਚਾਰੇ ਦੀ ਹਾਲਤ ਦਾ ਅੰਦਾਜ਼ਾ ਲਾਓ ਜਿਹਨੂੰ ਨਾ ਦੀਦਾ ਹੈ, ਨਾ ਸੁਣਦਾ ਹੈ ਤੇ ਨਾ ਬੋਲ ਪਾਉਂਦਾ। ਉਸ ਵਾਸਤੇ ਨਾ ਉਹਨੂੰ ਕੁਝ ਵਿਖਾਈ ਦੇ ਰਿਹਾ, ਨਾ ਉਹਨੂੰ ਕੁਝ ਸੁਣਾਈ ਦੇ ਰਿਹਾ, ਤੇ ਨਾ ਹੀ ਉਹਨੂੰ ਖੁਦ ਬੋਲਣਾ ਆਉਂਦਾ। ਜਦੋਂ ਬੋਲਾ ਹੋਏਗਾ ਉਹ ਗੂੰਗਾ ਵੀ ਹੋਏਗਾ ਪ੍ਰੋਪਰ। ਹੁਣ ਇੱਥੋਂ ਤੁਸੀਂ ਅੰਦਾਜ਼ਾ ਲਾ ਕੇ ਵੇਖੋ, ਜਿਹੜੀ ਅਗਿਆਨਤਾ ਦਾ ਸਭ ਤੋਂ ਨੀਵਾਂ ਲੈਵਲ ਹੈ, ਉੱਥੇ ਇਹ ਹੈ ਵੀ ਬੰਦੇ ਨੂੰ ਵੇਖ ਕੇ ਵੀ ਕੱਖ ਨਹੀਂ ਸੁੱਝਦੀ, ਸੁਣ ਕੇ ਵੀ ਕੱਖ ਨਹੀਂ ਪਤਾ ਲੱਗਦਾ, ਉਹਨੂੰ ਖੁਦ ਕੋਈ ਜੀਵਨ ਦੀ ਠੋਕਰ ਜਾਂ ਦੂਜੇ ਦੀ ਜ਼ਿੰਦਗੀ ਦੇ ਵਿੱਚੋਂ ਵੀ ਕੋਈ ਉਹਨੂੰ ਉਹਦੇ ਵਿੱਚੋਂ ਕੋਈ ਪ੍ਰੇਰਨਾ ਹੀ ਨਹੀਂ ਲੱਭਦੀ। ਸਮਝੋ ਵੀ ਉਹਨੇ ਅਗਿਆਨਤਾ ਦੇ ਸਰਕਲ ਵਿੱਚ ਹੀ ਆਪਣੇ ਆਪ ਨੂੰ ਗਰਕ ਕਰ ਲਿਆ। ਉਹਨੂੰ ਕਿਹਾ ਅਵਿਦਿਆ ਹਿਤ ਕੀਨ, ਤੇ ਜਿੰਨਾ ਤੁਸੀਂ ਇਸ ਅਭਿਆਸ 'ਚ ਪਏ ਰਹੋਗੇ ਤੁਹਾਡੇ ਅੰਦਰ ਦਾ ਦੀਵਾ ਗੁੱਲ ਹੋ ਜਾਏ।
ਤੀਜਾ ਹੈ ਸਤੋ। ਰਾਜਗੁਣ, ਤਾਮਗੁਣ, ਸਤਗੁਣ ਕਹੀਏ। ਸਾਤਵਕ, ਇਸ ਨੂੰ ਇੱਕ ਚੰਗਾ ਗੁਣ ਵੀ ਮੰਨਿਆ ਗਿਆ। ਕਮਾਲ ਦੀ ਗੱਲ ਹੈ ਵੀ ਇਹਨਾਂ ਤਿੰਨਾਂ ਨੂੰ ਗੁਰਬਾਣੀ ਵਿੱਚ ਜੋ ਮਾਇਕ ਪ੍ਰਵਿਰਤੀ ਹੈ ਇਹਨੂੰ ਗੁਣ ਹੀ ਲਿਖਿਆ, ਤ੍ਰੈ ਗੁਣ, ਤ੍ਰੈ ਅਵਗੁਣ ਨਹੀਂ ਲਿਖਿਆ, ਤ੍ਰੈ ਗੁਣ ਲਿਖਿਆ। ਸਾਤਵਿਕ ਦੀ ਚਰਚਾ ਸ਼ਾਸਤਰਾਂ ਵਿੱਚ ਕੁਝ ਹੋਰ ਤਰ੍ਹਾਂ ਕੀਤੀ ਗਈ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਇਸ ਦਾ ਭਾਵ ਥੋੜ੍ਹਾ ਜਿਹਾ ਡਿਫਰੈਂਟ ਹੈ। ਉੱਥੇ ਇਹਦੀ ਵਿਆਖਿਆ ਕੀਤੀ ਗਈ ਹੈ ਤੁਹਾਡੀ ਬੁੱਧ ਤੋਂ ਪ੍ਰੇਰਿਤ ਸੱਚ। ਬੜਾ ਅਹਿਮ ਨੁਕਤਾ ਹੈ। ਸਾਡੇ ਸਾਰਿਆਂ ਦੇ ਕੋਲ ਸੱਚ ਹੈ, ਪਰ ਸਾਡੇ ਸੱਚ ਸਾਡੀ ਹਉਮੈ, ਸਾਡੇ ਸਵਾਰਥ ਤੋਂ, ਸਾਡੇ ਸੁਭਾਅ ਤੋਂ ਪ੍ਰੇਰਿਤ ਹਨ। ਆਪਾਂ ਸਾਰੇ ਹੀ ਸੱਚ ਬੋਲਦੇ ਹਾਂ, ਪਰ ਸਾਡੇ ਸਾਰਿਆਂ ਦੇ ਸੱਚ ਜਿਹੜੇ ਹਨ ਉਹ ਸ਼ੁੱਧ ਆਤਮਾ ਦੇ ਸੱਚ ਨਹੀਂ ਹਨ, ਉਹ ਲਗ ਲਪੇਟ ਦੇ ਸੱਚ ਹਨ। ਆਪਾਂ ਕਹਿ ਦਿੰਦੇ ਨਾ ਮੈਂ ਖਰਾ ਬੰਦਾ, ਮੈਂ ਆਹ ਕੀਤਾ। ਜਦੋਂ ਤੁਸੀਂ ਇਹ ਕਹਿ ਹੀ ਦਿੱਤਾ, ਇਹਦਾ ਮਤਲਬ ਤੁਹਾਡੀ ਹਉਮੈ ਦੇ ਵਿੱਚੋਂ ਇਹ ਪ੍ਰਵਿਰਤੀ ਨਿਕਲ ਰਹੀ ਹੈ ਵੀ ਤੁਸੀਂ ਕਰਨਹਾਰ ਹੋ ਕਿਸੇ ਚੀਜ਼ ਦੇ, ਤੁਹਾਡੇ 'ਚ ਕੁਝ ਹੈ, ਤੁਸੀਂ ਇਸੇ ਕ੍ਰੈਡਿਟ ਲਈ ਤੇ ਕੀਤਾ ਸੀ, ਇਸੇ ਕ੍ਰੈਡਿਟ ਲਈ ਹੀ ਤਾਂ ਕੀਤਾ ਸੀ, ਮੈਂ ਆ ਕੀਤਾ। ਜਦੋਂ ਤੁਸੀਂ ਕਰ ਰਹੇ ਸੀ ਤੁਹਾਨੂੰ ਪਤਾ ਸੀ ਇਸ ਗੱਲ ਦਾ ਵੀ ਇਹਦਾ ਮੈਂ ਕੱਲ੍ਹ ਨੂੰ ਕ੍ਰੈਡਿਟ ਲੈ ਸਕਦਾ, ਇਹਨੂੰ ਵਿਆਜ ਲੱਗਣਾ, ਤੇ ਵਿਆਜ ਕਾਹਦਾ ਲੱਗਣਾ ਵੀ 4 ਬੰਦਿਆਂ 'ਚ ਮੇਰੀ ਹਉਮੈ ਵਧਣੀ, ਇਹੀ ਤੇ ਵਿਆਜ ਹੈ। ਤੁਹਾਡਾ ਕਰਮ ਤਾਂ ਕੁਥਾਂ ਪੈ ਗਿਆ, ਸ਼ੁੱਧ ਪ੍ਰਵਿਰਤੀ 'ਚੋਂ ਨਹੀਂ ਨਿਕਲਿਆ। ਇਹਦਾ ਮਤਲਬ ਤੁਸੀਂ ਚੰਗਾ ਤੇ ਕੀਤਾ ਹੈ, ਪਰ ਉਹ ਤੁਹਾਡੇ ਅਸ਼ੁੱਧ ਆਤਮਾ ਤੋਂ ਪ੍ਰੇਰਿਤ ਹੋ ਗਿਆ ਕਿਸੇ ਨਾ ਕਿਸੇ ਕਾਰਨ। ਜਿਵੇਂ ਕਿਸੇ ਨੂੰ ਪ੍ਰਸ਼ਾਦਾ ਦਿੱਤਾ ਜਾਏ ਤਾਂ ਮਿੱਟੀ ਤੇ ਸੁੱਟ ਲੈ ਤੇ ਫਿਰ ਚੁੱਕ ਕੇ ਖਾ ਲੈ, ਉਹਦੀ ਪ੍ਰਵਿਰਤੀ ਐਵੇਂ ਦੀ ਹੈ ਕਿ ਉਹ ਪ੍ਰਸ਼ਾਦਾ ਤੇ ਛਕਦਾ ਹੈ, ਭੁੱਖ ਤਾਂ ਮਿਟਦੀ ਹੈ, ਪਰ ਨਾਲ ਕਿਰਕ ਵੀ ਖਾਂਦਾ ਹੈ, ਮਿੱਟੀ ਵੀ ਖਾਂਦਾ ਹੈ। ਇਸ ਤਰ੍ਹਾਂ ਦਾ ਜਿਹੜਾ ਸੱਚ ਹੈ ਜਾਂ ਇਸ ਤਰ੍ਹਾਂ ਦਾ ਜਿਹੜਾ ਧਰਮ ਕਰਮ ਹੈ, ਜਿਹੜਾ ਤੁਹਾਡੇ ਸਵਾਰਥ ਵਿੱਚੋਂ, ਤੁਹਾਡੀ ਈਗੋ ਵਿੱਚੋਂ, ਤੁਹਾਡੀ ਹਉਮੈ ਵਿੱਚੋਂ, ਤੁਹਾਡੇ ਭਰਮ ਪ੍ਰਸਤੀ 'ਚੋਂ ਨਿਕਲਦਾ ਹੈ, ਉਸ ਨੂੰ ਸਾਤਵਿਕ ਗੁਣ ਕਿਹਾ। ਉਹਨੂੰ ਕਿਹਾ ਹੈ ਬੁੱਧ ਤੋਂ ਪ੍ਰੇਰਿਤ ਹੋਇਆ ਸੱਚ, ਯਾਨੀ ਕਿ ਜਮਾ ਘਟਾਓ ਦੇ ਵਿੱਚੋਂ ਬੋਲਿਆ ਗਿਆ ਸੱਚ, ਜਮਾ ਘਟਾਓ ਦੇ ਵਿੱਚੋਂ ਕੱਢੀ ਗਈ ਪ੍ਰਵਿਰਤੀ। ਤੁਸੀਂ ਖਿੱਚ ਵਿੱਚੋਂ ਕੱਢੀ ਹੈ, ਹੰਕਾਰ 'ਚੋਂ ਕੱਢੀ ਹੈ, ਸਵਾਰਥ 'ਚੋਂ ਕੱਢੀ ਹੈ। ਉਹ ਜਿਹੜੀ ਚੀਜ਼ ਹੈ ਉਹ ਤੁਹਾਡੀ ਨਫ਼ਰਤ, ਗੁੱਸੇ 'ਚੋਂ, ਦਵੈਸ਼ 'ਚੋਂ ਵੀ ਨਿਕਲੀ ਹੋ ਸਕਦੀ ਹੈ। ਉਹ ਜਿਹੜਾ ਸੱਚ ਜਿਹੜਾ ਇਸ ਦਾਇਰੇ ਵਿੱਚ ਭਰਮਦਾ ਹੈ, ਉਹ ਜਿਹੜਾ ਚੰਗਾ ਕੰਮ ਜਿਹੜਾ ਇਸ ਦਾਇਰੇ 'ਚ ਬੱਝਾ ਹੋਇਆ, ਇਸ ਦਾਇਰੇ 'ਚੋਂ ਵੀ ਚੰਗੇ ਕੰਮ ਨਿਕਲਦੇ ਨੇ, ਐਸੀ ਗੱਲ ਨਹੀਂ। ਜਿਵੇਂ ਮਲਕ ਭਾਗੋ ਚੰਗਾ ਕੰਮ ਹੀ ਕਰਦਾ ਹੈ ਨਾ, ਜੇ ਲੰਗਰ ਲਾਉਂਦਾ ਹੈ ਮਾੜਾ ਤਾਂ ਨਹੀਂ ਨਾ ਕਰਦਾ। ਉੱਥੇ ਜਿਹੜਾ ਉਹ ਬ੍ਰਹਮ ਭੋਜ ਕਰਦਾ ਹੈ, ਸਾਲ ਬਾਅਦ ਸਾਰੇ ਸਾਧੂ ਜਿੰਨੇ ਲੋਕ ਇਕੱਠੇ ਕਰ ਲੈ, ਕੰਮ ਤੇ ਮਾੜਾ ਨਹੀਂ ਨਾ, ਪਰ ਉਹ ਕਿਹੜੀ ਪ੍ਰਵਿਰਤੀ 'ਚੋਂ ਨਿਕਲਦਾ ਹੈ। ਗੁਰੂ ਨਾਨਕ ਮਹਾਰਾਜ ਨੇ ਉਹਨੂੰ ਇਹੀ ਕਿਹਾ ਕੋਈ ਫਾਇਦਾ ਨਹੀਂ। ਸਾਰੇ ਹੈਰਾਨ ਹੋ ਗਏ ਵੀ ਕੋਈ ਚੰਗਾ ਕੰਮ ਕਰਦਾ ਤੇ ਗੁਰੂ ਨਾਨਕ ਸਾਹਿਬ ਕਿਉਂ ਕਹਿੰਦੇ ਕੋਈ ਫਾਇਦਾ ਨਹੀਂ, ਕੋਈ ਲਾਭ ਨਹੀਂ। ਆਖਿਆ ਤੂੰ ਲੁੱਟਣਾ ਬੰਦ ਕਰ ਦੇ, ਤੂੰ ਲੋਕਾਂ ਤੇ ਜ਼ੁਲਮ ਬੰਦ ਕਰ ਦੇ, ਪਰਾਇਆ ਹੱਕ ਮਾਰਨਾ ਬੰਦ ਕਰ ਦੇ। ਤੂੰ ਮੰਨ ਲੈ ਜੇ ਕਿਸੇ ਕੋਲੋਂ ਆਪਾਂ ਇੱਕ ਉਦਾਹਰਣ ਇਸ ਨੂੰ ਸਮਝਦੇ ਹਾਂ ਕਿ ਬੰਦਾ 100 ਰੁਪਏ ਦੀ ਠੱਗੀ ਮਾਰਦਾ ਹੈ, ਉਹ 'ਚੋਂ 10 ਰੁਪਏ ਦਾ ਲੰਗਰ ਲਾ ਦਿੰਦਾ, ਗਰੀਬ ਨੂੰ ਦੇ ਦਿੰਦਾ। ਹੁਣ ਉਹ 100 ਰੁਪਏ ਜਿਹਦੇ ਨਾਲ ਠੱਗੀ ਵੱਜੀ ਹੈ ਨਾ 100 ਦੀ, ਉਹ ਤਾਂ ਵਿਚਾਰਾ ਭਾਣਾ ਮੰਨ ਕੇ ਬਹਿ ਗਿਆ, ਥੋੜ੍ਹਾ ਬਹੁਤ ਰੌਲਾ ਪਾਏਗਾ, ਕਿਸੇ ਨਹੀਂ ਸੁਣਨੀ, ਬਹਿ ਜਾਣਾ ਉਹਨੇ ਕੋਨੇ 'ਚ ਵੀ ਚਲੋ ਭਾਣਾ ਹੈ, ਗਏ ਤਾਂ ਗਏ। ਜਿਹਨੂੰ 10 ਦਿੱਤੇ ਉਹਨੇ 10 ਨੂੰ ਦੱਸਣਾ ਵੀ ਮੈਨੂੰ ਇਹਨੇ 10 ਰੁਪਈਏ ਦਿੱਤੇ ਨੇ, ਤੇ ਅਸੀਂ ਖੁਦ 100 ਨੂੰ ਦੱਸਣਾ ਵੀ ਮੈਂ ਇਹਦੀ ਮਦਦ ਕੀਤੀ ਹੈ। 110 ਬੰਦਿਆਂ ਤੱਕ ਸਾਡਾ ਪੁੰਨ ਪਹੁੰਚ ਗਿਆ, ਤੇ ਇੱਕ ਨਾਲ ਵੱਜੀ ਠੱਗੀ ਕਿਸੇ ਲੇਖੇ, ਕਿਸੇ ਕਾਊਂਟ 'ਚ ਹੀ ਨਹੀਂ ਆਈ, ਗਿਣਤੀ 'ਚ ਹੀ ਨਹੀਂ ਆਈ। ਹੁਣ ਤੁਸੀਂ ਅੰਦਾਜ਼ਾ ਲਾਓ ਵੀ ਉਹ ਜਿਹੜੀ 110 ਬੰਦਿਆਂ ਤੱਕ ਸਾਡੇ ਚੰਗੇ ਹੋਣ ਦਾ ਪ੍ਰਚਾਰ ਗਿਆ ਹੈ, ਉਹ ਗਿਆ ਹੀ ਇਸ ਕਰਕੇ ਵੀ ਉਸ ਇੱਕ ਬੰਦੇ ਦਾ ਮੂੰਹ ਬੰਦ ਰਵੇ। ਜਦੋਂ 110 ਵੋਟਾਂ ਇੱਕ ਪਾਸੇ ਖਲੋਣਗੀਆਂ ਨਾ, ਤੇ ਉਹ ਇਕੱਲਾ ਕਹੇਗਾ ਵੀ ਮੇਰਾ ਤਾਂ 100 ਰੁਪਈਆ ਲੈ ਗਿਆ, ਤੇ ਉਹ 110 'ਚੋਂ 10 ਤੇ ਅੜਨਗੇ ਨਾ, ਝੂਠਾ ਹੈ ਤੂੰ, ਉਹ ਤਾਂ ਬੰਦਾ ਇੰਨਾ ਪੁੰਨ ਦਾਨ ਕਰਦਾ, ਉਹਦੇ ਵਰਗਾ ਤਾਂ ਚੰਗਾ ਬੰਦਾ ਹੀ ਕੋਈ ਨਹੀਂ, ਤੂੰ ਈਰਖਾ ਕਰਦਾ ਉਹਦੇ ਨਾਲ। ਕਲਯੁਗ ਹੈ, ਵੇਖੋ ਚੰਗੇ ਬੰਦੇ ਨੂੰ ਜੀਣ ਨਹੀਂ ਦਿੰਦਾ ਕੋਈ, ਉਹਦੀ ਕੌਣ ਸੁਣੇਗਾ। ਨਗਾਰਖਾਨੇ ਵਿੱਚ ਤੂਤੀ ਦੀ ਆਵਾਜ਼ ਤੇ ਆਉਣੀ ਨਹੀਂ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਅਸਲ ਪ੍ਰੋਬਲਮ ਨੂੰ ਹਿੱਟ ਕਰ ਲਿਆ। ਆਖਿਆ ਕਰ ਤੇ ਚੰਗਾ, ਇਸ ਵੇਲੇ ਚੰਗਾ ਕਰ ਰਿਹਾ, ਪਰ ਇਹਦੀ ਚੰਗਿਆਈ ਜਿਹੜੀ ਹੈ ਇਹ ਪਾਪ ਤੇ ਪਰਦਾ ਪਾਉਣ ਵਾਸਤੇ ਹੈ, ਪਾਪ ਦੀ ਬਿਰਤੀ ਤੋਂ ਬਾਹਰ ਨਿਕਲਣ ਵਾਸਤੇ ਬਿਲਕੁਲ ਨਹੀਂ।
ਇਹਦਾ ਜਿਹੜਾ ਕਰਮ ਹੈ, ਧਰਮ ਕਰਮ, ਇਹ ਜਿਹੜੀ ਕਰਮਕਾਂਡੀ ਜ਼ਿੰਦਗੀ ਹੈ, ਇਹ ਸਾਰੀ ਦੀ ਸਾਰੀ ਅੰਦਰ ਦੀ ਮੈਲ ਤੋਂ ਗ੍ਰਸੀ ਹੋਈ ਹੈ। ਇਸ ਕਰਕੇ ਇਹਨੂੰ ਵੀ ਮਾਇਆ ਦਾ ਗੁਣ ਹੀ ਮੰਨ ਲਿਆ ਗਿਆ, ਸਾਤਵਕ। ਵੀ ਚੰਗਾ ਤਾਂ ਕਰਦਾ ਹੈ, ਚੰਗੇ ਦੇ ਪਿੱਛੇ ਕਾਰਨ ਕੀ, ਇਹ ਵੀ ਤਾਂ ਵੇਖਣ ਵਾਲੀ ਗੱਲ ਹੈ ਨਾ। ਹੁਣ ਵੇਖੋ ਕਿੰਨੀ ਡੂੰਘਾਈ ਤੱਕ ਜਾ ਕੇ ਮਹਾਰਾਜ ਨੇ ਇਹਦੀ ਐਕਸਪਲੇਨੇਸ਼ਨ, ਇਹਦੀ ਵਿਆਖਿਆ ਬਾਣੀ ਦੇ ਵਿੱਚ ਕੀਤੀ। ਤੋ ਭਗਤ ਨਾਮਦੇਵ ਸਾਹਿਬ ਇਹਨੂੰ 3 ਗੁਣ ਕਹਿੰਦੇ ਹਨ। 3 ਛੰਦੇ ਖੇਲ ਅੱਛਾ। ਛੰਦ ਵੈਸੇ ਕਾਵਕ ਬਣਤਰ ਨੂੰ ਵੀ ਕਹਿੰਦੇ ਨੇ, ਇੱਕ ਟੀਕੇ ਨੇ ਇਹਦੇ ਕਾਵਕ ਬਣਤਰ ਵੀ ਕੀਤੇ ਨੇ ਵੀ 3 ਛੰਦੇ ਖੇਲ ਅੱਛਾ। ਇਹਨਾਂ ਛੰਦਾਂ ਦੇ ਵਿੱਚ, ਕਿਉਂਕਿ 3 ਬੰਦ ਨੇ ਪਹਿਲੇ, ਚੌਥਾ ਜਿਹੜਾ ਉਹ 'ਚ ਭਗਤ ਜੀ ਨੇ ਆਪਣੀ ਗੱਲ ਕਹੀ ਹੈ। ਕਹਿੰਦੇ 3 ਛੰਦਾਂ ਦੇ ਵਿੱਚ ਵੱਖਰੀ ਵੱਖਰੀ ਖੇਡ ਤਮਾਸ਼ਾ ਬਿਆਨ ਕੀਤਾ 3 ਗੁਣਾਂ ਦਾ। ਛੰਦ ਦਾ ਅਰਥ ਜਿਹੜਾ ਹੈ ਉਹ ਮੁਥਾਜੀ ਵੀ ਹੈ। 3 ਛੰਦੇ ਖੇਲ ਅੱਛਾ, 3 ਗੁਣਾਂ ਦੀ ਮੁਥਾਜੀ ਦਾ ਤਮਾਸ਼ਾ ਹੈ ਸੰਸਾਰ, ਇਹ ਵੀ ਅਰਥ ਹੋਇਆ। ਫਿਰ ਇਹ ਵੀ ਕਿਹਾ ਗਿਆ 3 ਛੰਦੇ, ਵੀ 3 ਪ੍ਰਭਾਵਾਂ ਦੇ ਵਿੱਚ ਸਾਰੇ ਸੰਸਾਰ ਦੀ ਖੇਡ ਚੱਲ ਰਹੀ ਹੈ, ਰਾਜਗੁਣ, ਤਾਮਗੁਣ ਤੇ ਸਤਗੁਣ। ਅੱਛਾ ਮਤਲਬ ਹੈ। ਤੇ ਉਹਨਾਂ ਨੇ ਕੁਝ ਉਦਾਹਰਨਾਂ ਦਿੱਤੀਆਂ। ਕਹਿੰਦੇ ਵੀ ਹਰ ਇੱਕ ਸੁਭਾਅ ਦੇ ਵਿੱਚ ਆਪਣੇ ਔਗਣ ਪ੍ਰਧਾਨ ਹੁੰਦੇ। ਮੈਂ ਅੱਗੇ ਕਿਹਾ ਨਾ ਵੀ ਇੱਕ ਰੋਗ ਦੇ ਵਿੱਚ ਅਨੇਕ ਰੋਗ ਹੁੰਦੇ ਨੇ। ਤੋ ਇਸ ਵਾਸਤੇ ਅੱਗੇ ਜਾ ਕੇ ਫਰਮਾਉਂਦੇ ਹਨ, ਕਹਿੰਦੇ ਨੇ ਕੁੰਭਾਰ ਕੇ ਕਰ ਹਾਂਡੀ ਆਛੈ। ਕਹਿੰਦੇ ਜਿਵੇਂ ਘੁਮਿਆਰ ਦੇ ਘਰ ਕਿਹੜੀ ਚੀਜ਼ ਪ੍ਰਧਾਨ ਹੋਏਗੀ, ਸੋਨਾ ਥੋੜੀ ਲੱਭੇਗਾ। ਘੁਮਿਆਰ ਦਾ ਕੰਮ ਕੀ ਹੁੰਦਾ, ਜੋ ਚੱਕ ਘੁਮਿਆਰ ਪਵਾਇਆ, ਉਹ ਮਿੱਟੀ ਦੇ ਭਾਂਡੇ ਬਣਾਉਂਦਾ ਹੈ, ਚੱਕ ਦੇ ਉੱਤੇ ਰੱਖ ਕੇ ਉਹਨਾਂ ਨੂੰ ਪੱਥ ਕੇ ਸਵਾਰ ਕੇ ਘੜਦਾ ਹੈ, ਤੇ ਚੱਕ ਦੇ ਉੱਤੇ ਉਹਨੂੰ ਫਿਰ ਘੁਮਾ ਕੇ ਉਹਨੂੰ ਸਵਾਰਦਾ, ਪ੍ਰੋਡਕਸ਼ਨ ਕਰਦਾ ਮਿੱਟੀ ਦੇ ਭਾਂਡੇ ਦੀ। ਹੁਣ ਘੁਮਿਆਰ ਦੇ ਘਰ ਸਭ ਤੋਂ ਵੱਧ ਚੀਜ਼ ਕਿਹੜੀ ਹੋਏਗੀ, ਮਿੱਟੀ ਦੇ ਭਾਂਡੇ ਹੀ ਹੋਣਗੇ, ਨਾਰਮਲੀ ਗੱਲ ਹੈ। ਹੁਣ ਉੱਥੇ ਹਾਂਡੀ, ਹਾਂਡੀ ਦਾ ਮਤਲਬ ਹੁੰਦਾ ਹੈ ਮਿੱਟੀ ਦੇ ਬਰਤਨ। ਮਿੱਟੀ ਦੇ ਭਾਂਡੇ ਬਣਾਉਣ ਵਾਲੇ ਦੇ ਘਰ ਜਿਵੇਂ ਮਿੱਟੀ ਦੇ ਭਾਂਡੇ ਹੀ ਤੁਹਾਨੂੰ ਸਭ ਤੋਂ ਵੱਧ ਮਿਲਣਗੇ। ਫਿਰ ਅੱਗੇ ਆਖਦੇ ਹਨ, ਰਾਜਾ ਕੇ ਘਰ ਸਾਂਡੀ ਗੋ। ਰਾਜਾ ਜਿਹੜਾ ਉਹਦੀ ਆਭਾ ਦੀ ਪਛਾਣ ਸਭ ਤੋਂ ਪਹਿਲਾਂ ਕਿਤੇ ਰਾਜਾ ਜਾ ਰਿਹਾ। ਹੁਣ ਜੇ ਗਧੇ ਤੇ ਚੜਿਆ ਜਾ ਰਿਹਾ ਹੋਵੇ ਰਾਜਾ, ਉਹਨੂੰ ਕੋਈ ਰਾਜਾ ਮੰਨੇਗਾ? 20-50 ਖੋਤੇ ਇਕੱਠੇ ਕਰਕੇ ਰਾਜਾ ਜਾ ਰਿਹਾ ਹੈ, ਪਾਟੇ ਕੱਪੜਿਆਂ ਨਾਲ ਰਾਜਾ ਜਾ ਰਿਹਾ ਹੈ, ਘਸਿਆਰੇ ਜਾਏ ਆਦਮੀ ਉਹਦੇ ਨਾਲ, ਉਹਨੂੰ ਕੋਈ ਰਾਜਾ ਆਖੇਗਾ? ਉਹਦੀ ਪਛਾਣ ਹੋਏਗੀ, ਹਾਥੀ ਤੇ ਸਵਾਰ ਹੋਏਗਾ, ਸਿਰ ਤੇ ਛਤਰ ਹੋਏਗਾ, ਮਹਿੰਗੀ ਪੋਸ਼ਾਕ ਹੋਏਗੀ, ਫੌਜ ਨਾਲ ਹੋਏਗੀ, ਆਲਾ ਦਰਜੇ ਦੇ ਅਧਿਕਾਰੀ ਵੀ ਚੰਗੀਆਂ ਸਵਾਰੀਆਂ ਤੇ ਹੋਣਗੇ। ਰਾਜੇ ਦੀ ਸ਼ਾਨ ਉਹਦੀ ਦੂਰੋਂ ਹੀ ਉਹਦੀ ਦਿੱਖ ਪ੍ਰਗਟ ਕਰੇਗੀ ਵੀ ਰਾਜਾ ਜਾ ਰਿਹਾ, ਤੇ ਰਾਜੇ ਦੀ ਸਵਾਰੀ ਵੀ ਵੱਡੀ ਹੋਏਗੀ। ਸਾਂਡੀ ਸ਼ਬਦ ਜਿਹੜਾ ਹੈ ਉਹ ਸੰਸਕ੍ਰਿਤ ਦਾ ਹੈ, ਜਿਹਦਾ ਭਾਵ ਹੈ ਹਾਥੀ, ਫੀਲ। ਉਹ ਹਾਥੀ ਦੇ ਉੱਤੇ ਸਵਾਰ ਹੈ, ਉਹਦੇ ਦਰਵਾਜ਼ੇ ਤੇ ਵੱਡੇ ਵੱਡੇ ਮਹਿੰਗੇ ਹਾਥੀ ਵੱਜੇ ਪਏ ਨੇ, ਘੋੜੇ ਵੱਜੇ ਪਏ ਨੇ, ਚੰਗੀਆਂ ਸਵਾਰੀਆਂ, ਰਥ ਨੇ। ਇੱਕ ਸ਼ਬਦ ਸਾਡੇ ਇਤਿਹਾਸਕ ਲਿਟਰੇਚਰ 'ਚ ਆਉਂਦਾ ਹੈ, ਸਾਂਢਣੀ ਸਵਾਰ। ਊਠੜੀ ਨੂੰ ਵੀ ਸਾਂਢਣੀ ਕਹਿੰਦੇ ਸਨ। ਤੇ ਜਿਹੜੀ ਬਾਦਸ਼ਾਹਾਂ ਦੀ ਡਾਕ ਜਾਂਦੀ ਸੀ ਨਾ, ਪੋਸਟ ਜਾਂਦੀ ਸੀ, ਉਹ ਉਹਨਾਂ ਲਈ ਸਪੈਸ਼ਲੀ ਇਹੀ ਰੱਖੀਆਂ ਹੁੰਦੀਆਂ ਸਨ। ਊਠਣੀਆਂ ਦੇ ਉੱਤੇ ਉਹਨਾਂ ਨੇ ਸਵਾਰ, ਇੱਕ ਤਾਂ ਜਾਂਦੀ ਤੇਜ਼ ਹੈ, ਉਹਨੂੰ ਪਾਣੀ ਦੀ ਲੋੜ ਨਹੀਂ ਪੈਂਦੀ, ਉਹਨੇ ਰੇਗਿਸਤਾਨ ਦਾ ਵੀ ਸਫ਼ਰ ਤੈਅ ਕਰ ਲੈਣਾ ਹੈ, ਉਹਨੇ ਮੈਦਾਨ ਦਾ ਵੀ ਕਰ ਲੈਣਾ ਹੈ, ਨਿੱਕੇ ਮੋਟੇ ਪਹਾੜਾਂ 'ਤੇ ਸਮਾਨ ਚੜ੍ਹਾਉਣ ਵਾਸਤੇ ਵੀ ਊਠ ਜਾਂ ਊਠਣੀ ਦਾ ਸਾਰਾ ਵੱਧ ਲਿਆ ਜਾਂਦਾ। ਉਹ ਜ਼ਿਆਦਾ ਕੰਫਰਟੇਬਲ ਸੀ ਸਫ਼ਰ ਦੇ ਵਿੱਚ, ਇਸ ਕਰਕੇ ਉਹਦੀ ਖੁਰਾਕ ਨੂੰ ਮੁੱਖ ਰੱਖਦਿਆਂ, ਉਹਦੀ ਤੇਜ਼ ਤਰਾਰੀ ਨੂੰ ਮੁੱਖ ਰੱਖਦਿਆਂ, ਸਫ਼ਰ ਦੀਆਂ ਵਾਧੇ ਘਾਟੇ ਨੂੰ ਮੁੱਖ ਰੱਖਦਿਆਂ ਉਹਨੂੰ ਫਾਈਨਲਾਈਜ਼ ਕੀਤਾ ਗਿਆ ਸੀ ਵੀ ਡਾਕ ਇਹਦੇ 'ਤੇ ਜਾਏਗੀ। ਉਹਨੂੰ ਸਾਂਢਣੀ ਸਵਾਰ ਕਹਿੰਦੇ ਸਨ, ਜਿਹੜਾ ਡਾਕ ਲੈ ਕੇ ਉਹਦੇ 'ਤੇ ਜਾਂਦਾ ਸੀ। ਤਾਂ ਇੱਥੇ ਹਜ਼ੂਰ ਕਹਿੰਦੇ ਨੇ ਰਾਜਾ ਕੇ ਘਰ, ਉਹਦੇ ਘਰ ਕਿਹੜੀ ਚੀਜ਼, ਉਹਦੀ ਆਭਾ ਨੂੰ ਪ੍ਰਗਟ ਕਰਨ ਵਾਲੀ ਉਹਦੀ ਸਵਾਰੀ ਹੋਏਗੀ। ਤੇ ਦੂਜੀ ਗੱਲ ਕਹੀ, ਬਾਮਨ ਕੇ ਘਰ ਰਾਂਡੀ ਆਸ਼ੈ, ਰਾਂਡੀ ਸਾਂਡੀ ਹਾਂਡੀ ਗੋ। ਬਾਹਮਣ ਪੁਜਾਰੀ ਦੇ ਘਰ ਪ੍ਰਧਾਨ ਕੀ ਚੀਜ਼ ਹੋਏਗੀ? ਉਹਦੇ ਕੋਲੋਂ ਲੋਕ ਪੱਤਰੀ ਖਿਲਾਉਣ ਜਾਣਗੇ, ਕੋਈ ਧਾਰਮਿਕ ਪੁਸਤਕਾਂ ਪਈਆਂ ਹੋਣਗੀਆਂ, ਉਹ ਲੋਕਾਂ ਦੀਆਂ ਪੱਤਰੀਆਂ, ਮਹੂਰਤ, ਤਿੱਥ, ਸਮੇਂ ਦੀ ਵਿਚਾਰ ਕਰਕੇ ਉਹ ਸਾਰਾ ਕੁਝ ਜੋ ਉਹਦਾ ਕਿੱਤਾ ਹੈ, ਉਹਦੇ ਕਿੱਤੇ ਦੇ ਮੁਤਾਬਕ ਹੀ ਉਹਦੇ ਘਰੇ ਚੀਜ਼ਾਂ ਪਈਆਂ ਹੋਣਗੀਆਂ ਨਾ।
ਹੁਣ ਰਾਜੇ ਦੇ ਘਰ ਵਿੱਚ ਜਨਮ ਪੱਤਰੀਆਂ ਨਹੀਂ ਹੋ ਸਕਦੀਆਂ, ਬਾਹਮਣ ਦੇ ਘਰ ਵਿੱਚ ਫੀਲ ਹਾਥੀ ਨਹੀਂ ਹੋ ਸਕਦੇ, ਤੇ ਕੁੰਭਾਰ ਦੇ ਘਰ ਵਿੱਚ ਕਿਹੜੀ ਚੀਜ਼ ਪ੍ਰਧਾਨ ਹੋਏਗੀ? ਭਾਂਡੇ। ਉੱਥੇ ਸੋਨਾ ਚਾਂਦੀ ਨਹੀਂ ਹੋ ਸਕਦਾ। ਤਿੰਨਾਂ ਦੇ ਆਪਣਾ ਆਪਣਾ ਰੁਤਬਾ ਹੈ, ਤਿੰਨਾਂ ਦੀ ਆਪਣੀ ਕਿਰਿਆ ਹੈ, ਤਿੰਨਾਂ ਦੇ ਕੋਲ ਆਪਣੇ ਆਪਣੇ ਸਮੇਂ ਦੀਆਂ ਚੀਜ਼ਾਂ ਆਪਣੇ ਆਪਣੇ ਮੁਤਾਬਕ ਮੌਜੂਦ ਨੇ। ਫਿਰ ਅੱਗੇ ਕਹਿੰਦੇ ਨੇ, ਬਾਣੀਏ ਕੇ ਘਰ ਹੀਂਗ ਆਛੈ, ਭੈਸਰ ਮਾਥੈ ਸੀਂਗ ਗੋ। ਜਿਵੇਂ ਬਾਣੀਆ ਜਿਹੜਾ ਵਪਾਰੀ, ਉਹਦੇ ਕੋਲ ਕਿਹੜੀਆਂ ਚੀਜ਼ਾਂ ਮੌਜੂਦ ਹੋਣਗੀਆਂ? ਨਿੱਕੀਆਂ ਮੋਟੀਆਂ ਜਿਨ੍ਹਾਂ ਚੀਜ਼ਾਂ ਦਾ, ਮੰਨ ਲਓ ਕਰਿਆਨੇ ਦੀ ਦੁਕਾਨ 'ਤੇ ਆਪਾਂ ਜਾ ਕੇ ਸੋਨੇ ਦੀ ਚੀਜ਼ ਮੰਗਣ ਲੱਗ ਜਾਈਏ, ਉਹ ਕਹੇਗਾ ਭਰਾਵਾ ਤੂੰ ਗਲਤ ਥਾਂ 'ਤੇ ਆਇਆ। ਕੱਪੜੇ ਦੀ ਦੁਕਾਨ 'ਤੇ ਜਾ ਕੇ ਭਾਂਡੇ ਮੰਗਣ ਲੱਗ ਜਾਈਏ, ਇਹ ਨਹੀਂ ਹੋ ਸਕਦਾ। ਤਾਂ ਸਾਡੇ ਉਸ ਕਲਚਰ ਵਿੱਚ ਹਰ ਇੱਕ ਦੀ ਆਪਣੀ ਇੱਕ ਦੁਕਾਨ ਹੈ, ਅਤੇ ਉਹ ਉਹੀ ਚੀਜ਼ ਵੇਚਦਾ ਜਿਹੋ ਜਿਹੀ ਆਪਾਂ ਨੂੰ ਦੂਰੋਂ ਪਤਾ ਲੱਗ ਜਾਂਦਾ ਵੀ ਕੱਪੜੇ ਦੀ ਹੈ, ਪਰਚੂਨ ਦੀ ਹੈ, ਕਿਹੜੀ ਚੀਜ਼ ਦੀ ਇਹ ਦੁਕਾਨ ਹੈ। ਤਾਂ ਅੱਗੇ ਜਾ ਕੇ ਲਿਖਦੇ ਹਨ, ਭੈਸਰ ਮਾਥੈ ਸੀਂਗ ਗੋ, ਤੇ ਮੱਝ ਦੇ ਸਿੰਗ ਦੂਰੋਂ ਹੀ ਦਿਸ ਪੈਂਦੇ ਨੇ ਉਹਦੇ ਸਿਰ ਦੇ ਉੱਤੇ ਲੱਗੇ, ਔਰ ਉਹਦੀ ਨਸਲ ਦੀ ਤੇ ਉਹਦੀ ਸੁੰਦਰਤਾ ਦੀ ਪਛਾਣ ਦੇ ਵਿੱਚ ਸਭ ਤੋਂ ਅਹਿਮ ਚਿੰਨ੍ਹ ਉਹਦੇ ਸਿੰਗ ਮੰਨੇ ਜਾਂਦੇ ਸੀ। ਬੜੀ ਵਧੀਆ ਮੱਝ ਮੰਡੀ ਦੇ ਵਿੱਚ ਕੋਈ ਲੈਣ ਜਾਂਦਾ ਹੈ, ਉਹਦਾ ਇੱਕ ਸਿੰਗ ਕੁੰਡਾ ਹੈ ਤੇ ਦੂਜਾ ਢੈੜਾ ਹੈ, ਤੇ ਉਹ ਵੇਖਣ ਨੂੰ ਐਡੀ ਬੁਰੀ ਲੱਗੇਗੀ। ਅਗਲਾ ਆਖੇਗਾ ਨਹੀਂ, 1000 ਰੁਪਈਆ 5,000 ਸਸਤੀ ਵੀ ਤਾਂ ਮੈਂ ਨਹੀਂ ਖੜਦਾ, ਇਹ ਬੱਜੀ ਤਾਂ ਮੇਰੇ ਘਰ ਰਹਿਣੀ, ਕਿੱਡੀ ਬੁਰੀ ਲੱਗੇਗੀ। ਉਹ ਘੱਟ ਦੁੱਧ ਨਾਲ ਸਮਝੌਤਾ ਕਰ ਲੈਂਦਾ, ਉਹਦੀ ਦੇਖ ਨਾਲ ਨਹੀਂ ਕਈ ਵਾਰ ਕਰਦਾ। ਐਸਾ ਵੀ ਹੁੰਦਾ। ਅਗਲੀ ਗੱਲ ਆਖੀ, ਕਹਿਣ ਲੱਗੇ, ਦੇਵਲ ਮੱਧੇ ਲੀਂਗ ਆਛੈ, ਲੀਂਗ ਸੀਂਗ ਹੀਂਗ ਗੋ। ਦੇਵਲ ਦਾ ਮਤਲਬ ਹੁੰਦਾ ਹੈ ਮੰਦਰ, ਦੇਵਲ ਹੈ। ਉੱਥੇ ਕਿਹੜੀ ਚੀਜ਼ ਪ੍ਰਧਾਨ ਹੋਏਗੀ? ਸ਼ਿਵਲਿੰਗ ਪਿਆ ਹੋਏਗਾ, ਮੂਰਤੀ ਪਈ ਹੋਏਗੀ, ਉੱਥੇ ਮੁੱਖ ਚੀਜ਼ ਤੇ ਉਹੀ ਹੋਏਗੀ ਨਾ। ਫਿਰ ਅਗਲੇ ਬੰਦ ਵਿੱਚ ਕਿਹਾ, ਤੇਲੀ ਕੇ ਘਰ ਤੇਲ ਆਛੈ, ਜੰਗਲ ਮੱਧੇ ਬੇਲ ਕੋ। ਜਿਹੜਾ ਕੋਹਲੂ ਚਲਾਉਣ ਵਾਲਾ ਹੈ ਤੇਲੀ, ਉਹਦੇ ਘਰ ਸਭ ਤੋਂ ਪ੍ਰਧਾਨ 'ਚ ਉਹਦੇ ਆਪਣੇ ਕੱਪੜੇ ਵੀ ਉਸ ਤਰ੍ਹਾਂ ਦੇ ਹੁੰਦੇ ਨੇ, ਖਲਾਰਾ ਵੀ ਉਸ ਤਰ੍ਹਾਂ ਦਾ ਹੁੰਦਾ ਹੈ, ਤੇ ਉਹਦਾ ਮੁੱਖ ਕੰਮ ਵੀ ਇਹ ਹੁੰਦਾ ਹੈ। ਜੰਗਲ ਵਿੱਚ ਸਭ ਤੋਂ ਪ੍ਰਮੁੱਖ ਚੀਜ਼ ਕਿਹੜੀ ਹੁੰਦੀ ਹੈ? ਜੜੀਆਂ ਬੂਟੀਆਂ, ਬਨਸਪਤੀ, ਤਾਂ ਹੀ ਆਪਾਂ ਉਹਨੂੰ ਜੰਗਲ ਕਹਿੰਦੇ ਹਾਂ। ਮਾਲੀ ਕੇ ਘਰ ਕੇਲ ਆਛੈ, ਕੀਲ ਬੇੜ ਤੇਲ ਗੋ। ਜਿਹੜਾ ਮਾਲੀ ਹੋਵੇ ਉਹਦੇ ਘਰ ਵਿੱਚ ਵੀ ਬੂਟੇ ਪਏ ਹੋਣਗੇ, ਜਿਹੜਾ ਉਹ ਕਿੱਤਾ ਕਰਦਾ ਉਹਨੇ ਉਹ ਕਿੱਤੇ ਨਾਲ ਸੰਬੰਧਿਤ ਚੀਜ਼ਾਂ ਹੀ ਰੱਖੀਆਂ ਹੋਣਗੀਆਂ। ਤਾਂ ਫਿਰ ਅਖੀਰਲੇ ਬੰਦ ਵਿੱਚ ਕਹਿੰਦੇ ਨੇ, ਸੰਤਾਂ ਮੱਧੇ ਗੋਬਿੰਦ ਆਛੈ, ਗੋਕਲ ਮੱਧੇ ਸ਼ਿਆਮ ਗੋ। ਜਿਵੇਂ ਗੋਕਲ ਦੇ ਵਿੱਚ ਕ੍ਰਿਸ਼ਨ ਦੀ ਉਸਤਤੀ ਹੁੰਦੀ, ਉਹਨੂੰ ਉਹਦੀ ਨਗਰੀ ਮੰਨਿਆ ਜਾਂਦਾ, ਸ਼ਿਆਮ ਨੂੰ ਕਾਲੇ ਰੰਗ ਕਰਕੇ ਕਹਿੰਦੇ ਨੇ। ਤੇ ਇੱਥੇ ਭਗਤ ਜੀ ਆਖਨੇ ਸੰਤਾਂ ਮੱਧੇ ਗੋਬਿੰਦ ਆਛੈ, ਤੇ ਸਤ ਸੰਗਤ ਵਿੱਚ ਕਿਹੜੀ ਚੀਜ਼ ਪ੍ਰਧਾਨ ਹੋਏਗੀ? ਗੋਬਿੰਦ। ਸਤ ਸੰਗਤ ਵਿੱਚ ਜੇ ਕਿਸੇ ਦੀ ਉਸਤਤ ਨਹੀਂ ਜੇ ਹੁੰਦੀ ਹੈ, ਤੇ ਉਹ ਸਤ ਸੰਗਤ ਨਹੀਂ ਰਹਿ ਜਾਂਦੀ, ਉਹ ਆਪਣੇ ਮਿਆਰ ਤੋਂ ਡਿੱਗ ਜਾਂਦੀ। ਰੱਬ ਦੇ ਬੰਦੇ ਜੁੜਨਗੇ ਤੇ ਕਿਹਦੀ ਗੱਲ ਕਰਨਗੇ? ਪਰਮੇਸ਼ਰ ਦੀ, ਅਕਾਲ ਪੁਰਖ ਦੀ। ਤੇ ਫਿਰ ਇਸੇ ਤਰ੍ਹਾਂ ਭਗਤ ਜੀ ਕਹਿੰਦੇ, ਨਾਮੇ ਮੱਧੇ ਰਾਮ ਆਛੈ। ਨਾਮਦੇਵ ਦੇ ਹਿਰਦੇ ਵਿੱਚ ਵੀ ਕੇਵਲ ਇੱਕ ਸਰਵ ਵਿਆਪਕ ਪਰਮੇਸ਼ਰ ਹੈ। ਸੰਸਾਰ ਤਿੰਨਾਂ ਗੁਣਾਂ 'ਚ ਭਟਕ ਰਿਹਾ ਹੈ। ਹਰ ਇੱਕ ਬੰਦਾ ਜਿਵੇਂ ਆਪਣੇ ਰਾਹ 'ਤੇ ਤੁਰਦਾ, ਆਪਣੇ ਕਰਮ ਖੇਤਰ ਵਿੱਚ ਉਸ ਚੀਜ਼ ਦੀ ਪ੍ਰਧਾਨਤਾ ਹੁੰਦੀ ਹੈ ਜਿਹੜੀ ਚੀਜ਼ ਨਾਲ ਉਹ ਜੁੜਿਆ ਹੈ। ਨਾਮਦੇਵ ਦਾ ਕਰਮ ਖੇਤਰ ਤਿੰਨਾਂ ਗੁਣਾਂ ਤੋਂ ਰਹਿਤ ਹੈ। ਨਾਮਦੇਵ ਜੀ ਦਾ ਜੀਵਨ ਜਿਹੜਾ ਹੈ ਉਹਦੇ ਵਿੱਚ ਪ੍ਰਧਾਨਤਾ ਕੇਵਲ ਸਰਵ ਵਿਆਪਕ ਪਰਮੇਸ਼ਰ ਅਕਾਲ ਪੁਰਖ ਦੀ ਹੈ। ਸਤਿਗੁਰੂ ਬਖਸ਼ਿਸ਼ ਕਰਨ, ਸ਼ਬਦ ਦਾ ਉਪਦੇਸ਼ ਸਾਡੇ ਮਨ ਮਸਤਕ ਵਿੱਚ ਵਸੇ, ਹਜ਼ੂਰ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣ। ਸਭਨਾਂ ਦਾ ਧੰਨਵਾਦ। ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।